ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸ਼ਰਨ ਦੇ ਵਿੱਚ ਜਦੋਂ ਗੁਰੂ ਅਮਰਦਾਸ ਮਹਾਰਾਜ ਜਾ ਰਹੇ ਨੇ ਤੇ ਉਹ ਰਿਸ਼ਤੇ ਵਿੱਚ ਕੁੜਮ ਲੱਗਦੇ ਨੇ, ਪਰ ਫਿਰ ਵੀ 60 ਸਾਲਾਂ ਦੀ ਉਮਰ ਦੇ ਵਿੱਚ ਉਹ ਗੁਰੂ ਘਰ ਦੇ ਨਾਲ ਲੱਗਦੇ ਨੇ ਗੁਰੂ ਅਮਰਦਾਸ ਪਾਤਸ਼ਾਹ। 12 ਸਾਲ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਕਰਦੇ ਨੇ। ਕਿ ਜੇ ਅੱਜ ਦੇ ਮਾਹੌਲ ਦੇ ਵਿੱਚ ਵੀ ਵੇਖਿਆ ਜਾਵੇ, ਜਦੋਂ ਅਸੀਂ ਆਪਣੇ ਆਪ ਨੂੰ ਮਾਡਰਨ ਸੁਸਾਇਟੀ ਮੰਨਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਪ੍ਰੋਗਰੈਸਿਵ ਸੁਸਾਇਟੀ ਮੰਨਦੇ ਹਾਂ, ਜਾਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਤਾਂ ਬੜੇ ਸਿਵਲਾਈਜ਼ਡ ਹੋ ਗਏ ਹਾਂ, ਸਿੱਖੀ ਕਦੀ ਵੀ ਪੁਰਾਣੀ ਨਹੀਂ ਹੋ ਸਕਦੀ। ਸਿੱਖ ਇਤਿਹਾਸ ਕਦੀ ਪੁਰਾਣਾ ਨਹੀਂ ਹੋ ਸਕਦਾ। ਸਿੱਖਾਂ ਦੀ ਜਿਹੜੀ ਜੜ ਹੈ, ਜੋ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਖੜੀ ਹੈ, ਇਹ ਤਾਂ ਨਵੀਂ ਤੋਂ ਨਵੀਂ ਸੁਸਾਇਟੀ ਜੋ ਹਜੇ ਸਿਰਜੀ ਜਾਣੀ ਹੈ, ਉਸ ਤੋਂ ਵੀ ਕਿਤੇ ਅੱਗੇ ਦੀ ਗੱਲ ਹੈ। ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰੂ ਘਰ ਦੇ ਨਾਲ ਇਸ ਜ਼ਰੀਏ ਨਾਲ ਜੁੜਦੇ ਨੇ ਤਾਂ ਉਹ ਬਕਾਇਦਾ ਸਿੱਖਾਂ ਨੂੰ ਇਹ ਦੱਸਦੇ ਨੇ ਕਿ ਤੁਸੀਂ ਤੁਹਾਡੇ ਕਰਮਾਂ ਦੇ ਕਰਕੇ ਵੱਡੇ ਹੁੰਦੇ ਹੋ, ਨਾ ਉਮਰ ਦੇ ਕਰਕੇ ਵੱਡੇ ਹੋਵੋਗੇ, ਨਾ ਤੁਸੀਂ ਆਪਣੇ ਰਿਸ਼ਤੇ ਦੇ ਕਰਕੇ, ਨਾ ਜਾਤ ਦੇ ਕਰਕੇ, ਨਾ ਕਿਸੇ ਹੋਰ ਕਰਕੇ ਵੱਡੇ ਨਹੀਂ ਹੋ ਸਕਦੇ, ਨਾ ਮਜ਼ਹਬ ਦੇ ਕਰਕੇ ਵੱਡੇ ਹੋਵੋਗੇ। ਤੁਸੀਂ ਵੱਡੇ ਹੋਵੋਗੇ ਤੁਹਾਡੇ ਕਰਮ ਕੀ ਨੇ। ਭਾਈ ਗੁਰਦਾਸ ਨੇ ਜਿਹੜਾ ਸਿਰਲੇਖ ਦਿੱਤਾ ਹੈ ਉਹ ਹੈ ਕਿ ਸਿੱਖ ਦੀ ਨਿਸ਼ਕਾਮ ਅਵਸਥਾ ਕੈਸੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸੇਵਾ ਦੀ ਗੱਲ ਕਰ ਰਹੇ ਹਾਂ ਤੇ ਇਹ ਕਹਿ ਰਹੇ ਹਾਂ ਕਿ ਨਿਸ਼ਕਾਮ ਭਾਵ ਦੇ ਨਾਲ ਸੇਵਾ, ਤਾਂ ਨਿਸ਼ਕਾਮ ਅਵਸਥਾ ਹੈ ਔਰ ਉਸ ਅਵਸਥਾ ਨੂੰ ਸਾਨੂੰ ਬਣਾਉਣਾ ਪਊਗਾ। ਕਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਮੈਨੂੰ ਕਿਸੇ ਤਰ੍ਹਾਂ ਦੀ ਵੀ ਚੋਰੀ ਕਰਨ ਦੀ ਜਿਹੜੀ ਆ ਹੁਕਮ ਦੇ ਸਕਦੇ ਨੇ? ਜਦੋਂ ਮੇਰੇ ਦਿਲ 'ਚ ਇਹ ਗੱਲ ਆ ਗਈ ਤਾਂ ਫਿਰ ਅਗਲਾ ਗੱਲ ਆਊਗੀ ਕਿ ਨਹੀਂ ਦੇ ਸਕਦੇ, ਤਾਂ ਫਿਰ ਉਹ ਮੈਂ ਕਰਮ ਕਰ ਹੀ ਨਹੀਂ ਸਕਦੀ। ਉਹ ਕਰਮ ਆਪਾਂ ਕਰਦੇ ਹੀ ਉਦੋਂ ਆ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਧਾਨ ਬਣਾ ਲੈਂਦੇ ਹਾਂ, ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਪਰਮਾਤਮਾ ਤਾਂ ਅੰਨਾ ਬੋਲਾ ਹੈ, ਉਹਨੂੰ ਛੱਡ ਦਿਓ। ਗੁਰੂ ਨਾਨਕ ਨੂੰ ਜਦੋਂ ਅਸੀਂ ਖਿਡੌਣਾ ਸਮਝਣ ਲੱਗ ਜਾਂਦੇ ਹਾਂ ਨਾ ਕਿ ਉਹਨੂੰ ਕਿਹੜੀ ਸਮਝ ਲੱਗਣੀ ਹੈ, ਉਦੋਂ ਅਸੀਂ ਆਪਣਾ ਜਿਹੜਾ ਦਿਮਾਗ ਲਾਉਣਾ ਸ਼ੁਰੂ ਕਰਦੇ ਹਾਂ। ਸੋ ਪਹਿਲੀ ਜਦੋਂ ਆਪਾਂ ਨਿਸ਼ਕਾਮ ਸੇਵਾ ਦੀ ਗੱਲ ਕਰਾਂਗੇ ਤਾਂ ਪਹਿਲੀ ਅਵਸਥਾ ਜਿਹੜੀ ਹੈ, ਨਿਸ਼ਕਾਮ ਅਵਸਥਾ ਦੇ ਵਿੱਚ ਪਹੁੰਚਣ ਦੇ ਲਈ ਪਹਿਲੀ ਗੱਲ ਆਊਗੀ ਕਿ ਸਾਨੂੰ ਆਪਣਾ ਆਪ ਗਵਾਉਣਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਮੈਂ ਅਕਸਰ ਹੀ ਹਮੇਸ਼ਾ ਹੀ ਤੁਹਾਡੇ ਨਾਲ ਇੱਕ ਰਿਕੁਐਸਟ ਕਹਿ ਲਓ ਜਾਂ ਇੱਕ ਗੱਲ ਸਾਂਝੀ ਕਰਦੀ ਹੁੰਦੀ ਹਾਂ, ਮੈਂ ਦੁਬਾਰਾ ਕਰੂੰਗੀ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਸੁਝਾਅ ਨੇ ਜਾਂ ਜਿਹੜੇ ਤੁਹਾਡੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਰਾਏ ਹੈ, ਕੰਪਲੇਂਟ ਹੈ, ਜਾਂ ਤੁਸੀਂ ਕੁਝ ਵੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਤਾਂ ਮੈਨੂੰ ਪਲੀਜ਼ ਤੁਸੀਂ ਈਮੇਲ ਜਿਹੜੀ ਆ ਉਹ ਜ਼ਰੂਰ ਕਰਿਆ ਕਰੋ। kirdarekhalsa@akalchannel.tv ਦੇ ਉੱਪਰ ਤੁਸੀਂ ਜ਼ਰੂਰ ਸਾਨੂੰ ਆਪਣੀ ਈਮੇਲ ਭੇਜਿਆ ਕਰੋ। ਤੁਹਾਡੀ ਹਰ ਇੱਕ ਈਮੇਲ ਜਿਹੜੀ ਆ ਉਹ ਮੇਰੇ ਲਈ ਇੱਕ ਤਰ੍ਹਾਂ ਨਾਲ ਬੂਸਟਰ ਦਾ ਕੰਮ ਕਰਦੀ ਹੈ। ਜਦੋਂ ਇੱਕ ਵੀ ਕੋਈ ਈਮੇਲ ਆਉਂਦੀ ਹੈ ਮੈਂ ਉਹਨੂੰ ਪੜ੍ਹਦੀ ਹਾਂ, ਚਾਹੇ ਉਹਦੇ ਵਿੱਚ ਕੰਪਲੇਂਟ ਹੀ ਕਿਉਂ ਨਾ ਲਿਖੀ ਹੋਏ, ਚਾਹੇ ਇਹੀ ਕਿਉਂ ਨਾ ਲਿਖਿਆ ਹੋਵੇ ਕਿ ਤੂੰ ਅੱਜ ਬਹੁਤ ਐਵੇਂ ਹੀ ਬੋਲਿਆ ਜਾਂ ਇਹਦਾ ਕੋਈ ਮਤਲਬ ਨਹੀਂ ਸੀਗਾ, ਉਹ ਵੀ ਲਿਖਿਆ ਹੋਏ, ਬਟ ਮੈਨੂੰ ਫਿਰ ਵੀ ਸਮਝ ਆ ਜਾਂਦੀ ਹੈ ਕਿ ਠੀਕ ਹੈ, ਮੇਰੀ ਗੱਲ ਜਿਹੜੇ ਸੰਗਤ ਦੇ ਵਿੱਚ ਪਹੁੰਚ ਰਹੀ ਹੈ, ਸੰਗਤ ਸੁਣ ਰਹੀ ਹੈ। ਔਰ ਬਹੁਤ ਜ਼ਰੂਰੀ ਹੁੰਦਾ ਆ ਕਿ ਤੁਹਾਡੀਆਂ ਗਲਤੀਆਂ ਦਾ ਤੁਹਾਨੂੰ ਪਤਾ ਲੱਗਦਾ ਰਹੇ। ਜਦੋਂ ਮੈਨੂੰ ਮੇਰੀ ਕੋਈ ਗਲਤੀ ਦਾ ਪਤਾ ਲੱਗਦਾ ਤੇ ਉਸ ਜਿਹਨੇ ਵੀ ਉਹ ਈਮੇਲ ਲਿਖੀ ਹੁੰਦੀ ਆ, ਤੁਸੀਂ ਯਕੀਨ ਕਰਿਓ ਜੇ ਕਿ ਮੈਂ ਉਹ ਈਮੇਲ ਘੱਟੋ ਘੱਟ ਵੀ 4 ਜਾਂ 5 ਵਾਰ ਜ਼ਰੂਰ ਪੜ੍ਹਦੀ ਹਾਂ ਕਿਉਂਕਿ ਉਹੀ ਇੱਕ ਮੇਰੇ ਲਈ ਗਾਈਡਿੰਗ ਲਾਈਟ ਆ ਜਿਹੜੀਆਂ ਜਦੋਂ ਕੋਈ ਮਿਸਟੇਕਸ ਦੱਸਦਾ ਆ। ਕਿਉਂਕਿ ਮਿਸਟੇਕਸ ਜਦੋਂ ਬੰਦੇ ਨੂੰ ਪਤਾ ਲੱਗਦੀਆਂ ਉਦੋਂ ਹੀ ਗਰੋਥ ਦੀ ਓਪਰਚੁਨਿਟੀ ਬਣਦੀ ਆ। ਗਰੋਥ ਆਪਾਂ ਗਰੋ ਉਦੋਂ ਕਰ ਸਕਦੇ ਹਾਂ ਜਦੋਂ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗੇ ਅਤੇ ਉਸ ਤੋਂ ਬਾਅਦ ਸਾਨੂੰ ਅੱਗੇ ਉਹਨਾਂ ਨੂੰ ਕਿੱਦਾਂ ਸੁਧਾਰਨਾ ਉਹਦੇ ਬਾਰੇ ਸਮਝ ਆਏ। ਜਿੱਥੇ ਇਹ ਗੱਲ ਆ ਗਈ ਕਿ ਮੇਰੇ ਕੋਲ ਤਾਂ ਸਭ ਤੋਂ ਵੱਡੀ ਨੌਲੇਜ ਹੈ ਜਾਂ ਮੇਰੇ ਤੋਂ ਵਧੀਆ ਤਾਂ ਕੋਈ ਹੈ ਹੀ ਨਹੀਂ ਜਾਂ ਮੈਂ ਤਾਂ ਬਹੁਤ ਬੈਸਟ ਕਰ ਰਿਹਾ ਜਾਂ ਕਰ ਰਹੀ ਹਾਂ, ਤਾਂ ਉਸ ਸਮੇਂ ਫਿਰ ਤੁਹਾਡੀ ਗਰੋਥ ਰੁਕ ਜਾਂਦੀ ਹੈ। ਸਭ ਤੋਂ ਵੱਡੀ ਅਗਰ ਤੁਸੀਂ ਕਿਸੇ ਆਪਣੇ ਕਰੀਬੀ ਨੂੰ ਜ਼ਹਿਰ ਦੇਣੀ ਆ ਤਾਂ ਉਹਨੂੰ ਇਹ ਕਹਿ ਦਿਓ ਕਿ ਤੇਰੇ ਤੋਂ ਵਧੀਆ ਹੋਰ ਦੁਨੀਆ 'ਚ ਕੋਈ ਕੰਮ ਹੀ ਨਹੀਂ ਕਰ ਸਕਦਾ। ਇਸ ਤੋਂ ਵੱਡੀ ਜ਼ਹਿਰ ਉਹਦੇ ਲਈ ਕੋਈ ਨਹੀਂ ਹੋਊਗੀ ਕਿਉਂਕਿ ਉਹਦੀ ਗਰੋਥ ਰੁਕ ਜਾਣੀ ਹੈ। ਸੋ ਮੈਂ ਸੰਗਤ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਆਪਣੀ ਜਿਹੜੀ ਈਮੇਲ ਤੁਸੀਂ ਮੈਨੂੰ ਸੈਂਡ ਕਰਦੇ ਰਹਿੰਦੇ ਹੋ, ਜ਼ਰੂਰ ਤੁਸੀਂ ਲਿਖਦੇ ਰਿਹਾ ਕਰੋ। ਚਾਹੇ 1 ਲਾਈਨ 2 ਲਾਈਨ ਹੀ ਲਿਖਿਆ ਕਰੋ, ਪਰ ਲਿਖਿਆ ਜ਼ਰੂਰ ਕਰੋ।
ਮੇਰੀਆਂ ਗਲਤੀਆਂ ਵੀ ਦੱਸਿਆ ਕਰੋ, ਜਿੱਥੇ ਤੁਹਾਨੂੰ ਲੱਗਦਾ ਮੈਂ ਠੀਕ ਬੋਲਿਆ ਉੱਥੇ ਅਪਰੀਸ਼ੀਏਟ ਵੀ ਕਰਿਆ ਕਰੋ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਸਵਾਲ ਹੈ ਜੋ ਸਾਨੂੰ ਸੰਗਤ ਦੀ ਕਚਹਿਰੀ ਦੇ ਵਿੱਚ ਰੱਖਣੇ ਚਾਹੀਦੇ ਆ, ਸੰਗਤ ਨਾਲ ਡਿਸਕਸ ਕਰਨੇ ਚਾਹੀਦੇ ਆ, ਉਹ ਵੀ ਜ਼ਰੂਰ ਲਿਖ ਕੇ ਭੇਜਿਆ ਕਰੋ। ਕਿਉਂਕਿ ਇਹ ਜਿਹੜਾ ਮੰਚ ਹੈ ਇਹ ਸਿਰਫ ਮੈਂ ਇਕੱਲੀ ਬੋਲ ਕੇ ਤੇ ਭਾਸ਼ਣ ਦੇ ਕੇ ਚਲੀ ਜਾਵਾਂ ਇੰਨੇ ਕੁ ਤੱਕ ਸੀਮਿਤ ਕਰਨ ਨੂੰ ਆਪਾਂ ਨਹੀਂ ਸੀ ਬਣਾਇਆ। ਇਹ ਮੰਚ ਬਣਿਆ ਹੀ ਇਸ ਕਰਕੇ ਲਈ ਸੀ। ਇਹਦੀ ਜਦੋਂ ਅਸੀਂ ਅਕਾਲ ਚੈਨਲ ਦੀ ਟੀਮ ਨੇ ਡਿਸਕਸ ਕੀਤਾ ਸੀ ਤਾਂ ਇਹ ਡਿਸਕਸ਼ਨ ਹੀ ਇਸ ਬੇਸ ਤੇ ਕੀਤੀ ਗਈ ਸੀ ਕਿ ਇਹ ਮੰਚ ਜਿਹੜਾ ਹੈ ਉਹ ਸੰਗਤ ਦੇ ਲਈ ਇੱਕ ਡਿਸਕਸ਼ਨ ਦਾ ਮੰਚ ਬਣਾਵਾਂਗੇ, ਜਿੱਥੇ ਸੰਗਤ ਦੇ ਵਿੱਚੋਂ ਕੋਈ ਵੀ ਇਰਰਿਸਪੈਕਟਿਵ ਆਫ ਕਿ ਉਹ ਕਿੱਥੋਂ ਆਉਂਦੇ ਨੇ, ਉਹਨਾਂ ਦੀ ਵਿਚਾਰਧਾਰਾ ਕੀ ਹੈ, ਸਾਡੇ ਅਨੁਕੂਲ ਹੈ, ਸਾਡੇ ਅਨੁਕੂਲ ਨਹੀਂ ਹੈ, ਜਾਂ ਉਹ ਸਾਡੇ ਨਾਲ ਸਹਿਮਤ ਨੇ, ਨਹੀਂ ਸਹਿਮਤ ਨੇ, ਜਿਸ ਤਰ੍ਹਾਂ ਦੀ ਵੀ ਉਹਨਾਂ ਦੀ ਵਿਚਾਰਧਾਰਾ ਹੋਵੇ, ਜਾਂ ਸੰਗਤ ਦੇ ਵਿੱਚੋਂ ਕੋਈ ਵੀ ਸਵਾਲ ਜਿਹੜਾ ਕੋਈ ਲੈ ਕੇ ਆਉਣਾ ਚਾਹੁੰਦਾ ਉਹ ਲੈ ਕੇ ਆ ਸਕੇ ਔਰ ਇਸ ਮੰਚ ਤੇ ਡਿਸਕਸ਼ਨ ਹੋ ਸਕੇ। ਇਸੇ ਲਈ ਇਹ ਮੰਚ ਤਿਆਰ ਕੀਤਾ ਸੀਗਾ। ਔਰ ਡਿਸਕਸ਼ਨ ਦਾ ਜਿਹੜਾ ਪਹਿਲਾ ਪੁਆਇੰਟ ਹੈ ਉਹ ਹੈ ਕੰਟੈਕਟ, ਤੇ ਕੰਟੈਕਟ ਤੁਸੀਂ ਕਰ ਸਕਦੇ ਹੋ ਈਮੇਲ ਦੇ ਥਰੂ। ਸੋ ਈਮੇਲ ਜ਼ਰੂਰ ਲਿਖਿਆ ਕਰੋ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਵੀ ਕਿਸੇ ਦੀ ਈਮੇਲ ਦਾ ਜਵਾਬ ਨਾ ਦਿੱਤਾ ਹੋਵੇ। ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਜਦੋਂ ਵੀ ਹਰ ਸੰਡੇ ਨੂੰ ਪ੍ਰੋਗਰਾਮ ਜਦੋਂ ਰਿਲੀਜ਼ ਹੁੰਦਾ ਤੇ ਉਸ ਸੰਡੇ ਨੂੰ ਮੈਂ ਰਾਤ ਤਕਰੀਬਨ 9 ਵਜੇ ਤੋਂ 11 ਵਜੇ ਤੱਕ ਮੈਂ ਆਪਣੀ ਜਿਹੜਾ ਈਮੇਲ ਉਹ ਆਈਡੀ ਹੈਗਾ ਉਹ ਔਨ ਰੱਖਦੀ ਹਾਂ ਕਿ ਅਗਰ ਕੋਈ ਇਮੀਡੀਏਟ ਈਮੇਲ ਕਰਦਾ ਤਾਂ ਮੈਂ ਉਸੇ ਵੇਲੇ ਜਵਾਬ ਦੇ ਦਿਆਂ, ਨਹੀਂ ਤਾਂ ਫਿਰ ਮੈਂ ਬੁੱਧਵਾਰ ਨੂੰ ਔਨ ਰੱਖਦੀ ਹੁੰਦੀ ਹਾਂ ਕਿਉਂਕਿ ਉਹ ਮੇਰੇ ਕੋਲ ਸਲੋਟ ਖਾਲੀ ਹੁੰਦਾ। ਸੋ ਇਸ ਕਰਕੇ ਮੈਂ ਦੁਬਾਰਾ ਹੀ ਬੇਨਤੀ ਕਰੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਪਲੀਜ਼ ਤੁਸੀਂ ਲਿਖਦੇ ਜ਼ਰੂਰ ਰਿਹਾ ਕਰੋ। ਮੇਰੀ ਤੁਹਾਡੇ ਕੋਲੇ ਹੋਰ ਕੋਈ ਮੰਗ ਨਹੀਂ ਹੈ, ਮੈਂ ਕੁਝ ਵੀ ਹੋਰ ਨਹੀਂ ਮੰਗਦੀ, ਬਸ ਮੈਂ ਇੰਨਾ ਕੀ ਮੰਗਦੀ ਹਾਂ ਕਿ ਆਪਣਾ ਜਿਹੜਾ ਸਮਾਂ ਹੈ, ਜਿੰਨਾ ਕੁ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਤਾਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਇਹ ਜ਼ਰੂਰ ਲਿਖਿਆ ਕਰੋ ਕਿ ਸਾਡੇ ਆ ਵੀ ਸਵਾਲ ਨੇ, ਆ ਵੀ ਸਵਾਲ ਸੰਗਤ ਦੇ ਵਿੱਚੋਂ ਨੇ, ਸਾਡੇ ਬੱਚਿਆਂ ਦੇ ਇਹ ਸਵਾਲ ਨੇ, ਸੋ ਦੈਟ ਕਿ ਆਪਾਂ ਇਹ ਜਿਹੜਾ ਪ੍ਰੋਗਰਾਮ ਹੈ ਨਾ ਇਹਨੂੰ ਇਕੱਲੇ ਭਾਸ਼ਣ ਤੱਕ ਸੀਮਿਤ ਨਾ ਕਰਕੇ ਰੱਖ ਲਈਏ, ਇਹਨੂੰ ਆਪਾਂ ਗੱਲਬਾਤ ਕਰਨ ਦਾ ਜ਼ਰੀਆ ਬਣਾਈਏ। ਔਰ ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕੀ ਹਾਂ, ਦੁਬਾਰਾ ਕਰੂੰਗੀ, ਮੈਨੂੰ ਬਹੁਤ ਖੁਸ਼ੀ ਹੋਊਗੀ ਜੇਕਰ ਆਪ ਜੀ ਦੇ ਬੱਚੇ ਜਾਂ ਜਿਹੜੇ ਬੱਚੇ ਸੁਣ ਰਹੇ ਨੇ ਪ੍ਰੋਗਰਾਮ ਉਹ ਆਪ ਕੋਈ ਸਵਾਲ ਕਰਨ ਤੇ ਉਹ ਇਹ ਕਹਿਣ ਕਿ ਅਸੀਂ ਇੱਥੇ ਆ ਕੇ ਸਟੂਡੀਓ ਦੇ ਵਿੱਚ ਆ ਕੇ ਤੁਹਾਡੇ ਨਾਲ ਡਿਸਕਸ਼ਨ ਕਰਨਾ ਚਾਹੁੰਦੇ ਹਾਂ। ਮੈਨੂੰ ਬਹੁਤ ਖੁਸ਼ੀ ਹੋਊਗੀ। ਹੋ ਸਕਦਾ ਮੈਂ ਉਸ ਡਿਸਕਸ਼ਨ ਦੇ ਵਿੱਚ ਫੇਲ ਹੋ ਜਾਵਾਂ, ਮੈਨੂੰ ਫਿਰ ਵੀ ਬਹੁਤ ਖੁਸ਼ੀ ਹੋਊਗੀ, ਕਿਉਂਕਿ ਘੱਟੋ ਘੱਟ ਆਪਾਂ ਡਿਸਕਸ਼ਨ ਦਾ ਇੱਕ ਰਾਹ ਤਾਂ ਸ਼ੁਰੂ ਕਰੀਏ ਨਾ। ਜਦ ਤੱਕ ਇਹ ਡਿਸਕਸ਼ਨ ਦੇ ਰਾਸਤੇ ਨਹੀਂ ਖੁੱਲ੍ਹਦੇ ਤਦ ਤੱਕ ਕੁਝ ਨਹੀਂ ਹੋਣਾ। ਖੈਰ, ਹੁਣ ਆਪਾਂ ਆਉਂਦੇ ਹਾਂ ਇਸ ਪ੍ਰੋਗਰਾਮ ਵੱਲ, ਅੱਜ ਦੇ ਐਪੀਸੋਡ ਵੱਲ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੀ। ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਤੋਂ ਆਪਾਂ ਜਦੋਂ ਗੱਲ ਸ਼ੁਰੂ ਕੀਤੀ ਸੀਗੀ ਤੇ ਦੋ ਗੱਲਾਂ ਆਪਾਂ ਦੀ ਗੱਲ ਕੀਤੀ ਸੀ। ਇੱਕ ਤਾਂ ਸਾਨੂੰ ਗੁਰੂ ਇਤਿਹਾਸ ਨੂੰ ਕੰਟੀਨਿਊਟੀ ਵਿੱਚ ਦੇਖਣਾ ਹੈ। ਇਹ ਗੱਲ ਮੈਂ ਹਮੇਸ਼ਾ ਬੋਲਦੀ ਹੀ ਰਹੂੰਗੀ, ਦੁਹਰਾਉਂਦੀ ਹੀ ਰਹੂੰਗੀ। ਸੋ ਜਦੋਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਗੁਰੂ ਨਾਨਕ ਦੀ ਹੀ ਗੱਲ ਕਰ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਨਾਨਕ ਨਾਲੋਂ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਦੂਸਰੀ ਗੱਲ ਜਿਹੜੀ ਆਪਾਂ ਕੀਤੀ ਸੀ ਉਹ ਇਹ ਕੀਤੀ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰਗੱਦੀ ਤੇ ਆਉਂਦੇ ਨੇ ਉਸ ਤੋਂ ਬਾਅਦ ਉਹ ਜੋ ਬੋਲਦੇ ਨੇ ਉਹ ਮੇਰਾ ਗੁਰੂ ਬੋਲ ਰਿਹਾ। ਉਸ ਤੋਂ ਪਹਿਲਾਂ ਜਦੋਂ ਉਹ ਗੁਰੂ ਘਰ ਦੇ ਨਾਲ ਲੱਗਦੇ ਨੇ, ਉਹਨਾਂ ਦੀ ਲਿਵ ਗੁਰੂ ਘਰ ਦੇ ਨਾਲ ਜੁੜਦੀ ਹੈ ਤਾਂ ਉਹਨਾਂ ਦੀ ਉਮਰ ਜਿਹੜੀ ਹੈ ਤਕਰੀਬਨ 60 ਸਾਲ ਹੈ। ਉਸ ਸਮੇਂ ਉਹ ਗੁਰਸਿੱਖ ਬਣਦੇ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜਾ ਕੇ ਉਹ ਗੁਰਸਿੱਖ ਬਣਦੇ ਨੇ। ਉਦੋਂ ਉਹਨਾਂ ਦੀ ਲਾਈਫ ਕੀ ਹੈ ਉਹਦਾ ਮੇਰੇ ਨਾਲ ਮਤਲਬ ਹੋਣਾ ਚਾਹੀਦਾ। ਹੁਣ ਗੁਰਸਿੱਖ ਜਿਹੜਾ ਹੈ ਉਹਦੇ ਜੋ ਐਕਸ਼ਨਸ ਨੇ, ਉਹ ਜੋ ਐਕਟ ਕਰ ਰਿਹਾ ਹੈ ਉਹ ਸਾਡੇ ਲਈ ਇੰਪੋਰਟੈਂਟ ਹੈ। ਉਸ ਤੋਂ ਪਹਿਲਾਂ ਉਹਦੀ ਜੀਵਨ ਕੀ ਸੀ ਉਹਦਾ ਮੇਰੇ ਨਾਲ ਕੋਈ ਵਾਸਤਾ ਨਹੀਂ। ਇਹ ਗੱਲ ਮੈਂ ਬਾਰ-ਬਾਰ ਦੁਹਰਾਉਂਦੀ ਰਹੂੰਗੀ, ਹਰ ਗੁਰੂ ਸਾਹਿਬਾਨ ਦੇ ਲਈ ਦੁਹਰਾਉਂਦੀ ਰਹੂੰਗੀ, ਹਮੇਸ਼ਾ ਦੁਹਰਾਉਂਦੀ ਰਹੂੰਗੀ, ਕਿਉਂਕਿ ਉਸ ਤੋਂ ਪਹਿਲਾਂ ਉਹ ਕੀ ਨੇ, ਕਿਹਨੂੰ ਮੰਨਦੇ ਨੇ, ਨਹੀਂ ਮੰਨਦੇ ਨੇ, ਉਹ ਐਥੀਸਟ ਨੇ, ਮੇਰਾ ਕੋਈ ਉਹਦੇ ਨਾਲ ਲੈਣ ਦੇਣ ਨਹੀਂ। ਮੇਰਾ ਲੈਣ ਦੇਣ ਕਦੋਂ ਸ਼ੁਰੂ ਹੁੰਦਾ? ਜਦੋਂ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਗੁਰੂ ਕੇ ਸਿੱਖ ਹੋ ਜਾਂਦੇ ਨੇ। ਔਰ ਉਸ ਤੋਂ ਬਾਅਦ ਜਦੋਂ ਉਹ ਗੁਰੂ ਹੋ ਜਾਂਦੇ ਨੇ ਤੇ ਗੁਰੂ ਹੋ ਕੇ ਉਹ ਜੋ ਬੋਲਦੇ ਨੇ ਉਹ ਮੇਰੇ ਗੁਰੂ ਦਾ ਫਰਮਾਨ ਹੈ, ਮੈਨੂੰ ਉਹ ਮੰਨਣਾ, ਉਹ ਸੁਣਨਾ ਹੈ। ਇਹ ਗੱਲਾਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਕੀਤੀਆਂ ਸੀਗੀਆਂ। ਇੱਕ ਗੱਲ ਜਿਹੜੀ ਆਪਾਂ ਪਿਛਲੇ ਐਪੀਸੋਡ 'ਚ ਕੀਤੀ ਸੀ ਉਹ ਸੀ ਕਿ ਜਦੋਂ ਆਪਾਂ ਗੁਰੂ ਮਹਾਰਾਜ ਦੀ ਜ਼ਿੰਦਗੀ ਦੇ ਉੱਤੇ ਝਾਤੀ ਮਾਰਦੇ ਹਾਂ ਤਾਂ ਸਾਡੇ ਕੋਲ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਦੀ ਜਿਹੜੇ ਸਪੁੱਤਰੀ ਨੇ ਬੀਬੀ ਅਮਰੋ, ਜਦੋਂ ਉਹ ਬਾਣੀ ਪੜ੍ਹ ਰਹੇ ਨੇ ਤੇ ਬੀਬੀ ਅਮਰੋ ਦੀ ਬਾਣੀ ਨੂੰ ਸੁਣ ਕੇ ਹੀ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਨੇ ਉਹ ਗੁਰੂ ਨਾਨਕ ਦੇ ਘਰ ਵੱਲ ਖਿੱਚੇ ਜਾਂਦੇ ਨੇ।
ਇਸ ਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਫਿਲਾਸਫੀਕਲ, ਇੱਕ ਆਈਡੀਓਲੋਜੀਕਲ ਮਹੱਤਵ ਵੀ ਹੈ ਇਸ ਪੂਰੀ ਘਟਨਾ ਦਾ। ਉਹ ਘਟਨਾ ਆਪਾਂ ਪਿਛਲੀ ਵਾਰੀ ਡਿਸਕਸ ਕੀਤੀ ਸੀਗੀ, ਔਰ ਉਹਦੇ ਵਿੱਚੋਂ ਜੋ ਨਿਕਲ ਕੇ ਆਇਆ ਸੀ ਉਹ ਇਹ ਸੀ ਕਿ ਗੁਰੂ ਪਾਤਸ਼ਾਹ ਨੇ ਹਰ ਪੁਆਇੰਟ ਦੇ ਉੱਤੇ, ਹਰ ਲੈਵਲ ਦੇ ਉੱਤੇ ਜਾ ਕੇ ਜਿਹੜੀ ਕੈਟਾਗਰੀਜ਼ ਨੇ, ਜੋ ਡਿਵੀਜ਼ਨਸ ਨੇ, ਸੋਸਾਇਟੀ ਦੇ ਕਿਸੇ ਵੀ ਫਾਰਮ 'ਚ ਡਿਵੀਜ਼ਨਸ ਹੋਣ, ਉਹਨਾਂ ਨੂੰ ਡਿਸਮੈਂਟਲ ਕੀਤਾ। ਔਰ ਉਹਨਾਂ ਸਮਿਆਂ ਦੇ ਵਿੱਚ ਰਾਦਰ ਅੱਜ ਵੀ ਇਹ ਕੈਟਾਗਰੀਜ਼ ਚੱਲਦੀਆਂ ਨੇ ਕਿ ਅਸੀਂ ਜੀ ਮੁੰਡੇ ਵਾਲੇ ਹੁੰਦੇ ਆ, ਅਸੀਂ ਜੀ ਕੁੜੀ ਵਾਲੇ ਹੁੰਦੇ ਆ, ਕੁੜੀ ਵਾਲੇ ਛੋਟੇ ਹੁੰਦੇ ਆ, ਮੁੰਡੇ ਵਾਲੇ ਉੱਚੇ ਹੁੰਦੇ ਆ। ਇਹ ਗੱਲਾਂ ਅੱਜ ਵੀ ਆਮ ਚੱਲਦੀਆਂ ਨੇ। ਹਮੇਸ਼ਾ ਹੀ ਕਿਹਾ ਜਾਂਦਾ ਜੀ, ਅਗਰ ਵਿਆਹ ਦੀ ਤਰੀਕ ਵੀ ਕਢਾਉਣੀ ਹੁੰਦੀ ਹੈ ਤਾਂ ਕਿਹਾ ਜਾਂਦਾ ਕਿ ਮੁੰਡੇ ਵਾਲਿਆਂ ਨੂੰ ਪੁੱਛ ਲਓ, ਆਪਾਂ ਕੁੜੀ ਵਾਲੇ ਆ, ਸਾਨੂੰ ਤਾਂ ਉਹਨਾਂ ਦੀ ਗੱਲ ਮੰਨਣੀ ਪੈਣੀ ਹੈ। ਸੋ ਇਹ ਜਿਹੜੀਆਂ ਕੁਰੀਤੀਆਂ, ਇਹ ਜਿਹੜੀਆਂ ਕੈਟਾਗਰੀਜ਼ ਨੇ, ਕਿਉਂਕਿ ਮੁੰਡਾ ਜੰਮ ਕੇ ਕਿਸੇ ਨੇ ਕੋਈ ਅਹਿਸਾਨ ਨਹੀਂ ਕੀਤਾ ਤੇ ਕੁੜੀ ਜੰਮ ਕੇ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ। ਤੇ ਇਹਨੂੰ ਆਪਾਂ ਦੂਸਰੇ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਕਿ ਕੁੜੀ ਜੰਮ ਕੇ ਵੀ ਕਿਸੇ ਨੇ ਕੋਈ ਅਹਿਸਾਨ ਨਹੀਂ ਕੀਤਾ ਤੇ ਮੁੰਡਾ ਜੰਮ ਕੇ ਵੀ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ। ਸੋ ਮੁੰਡਾ ਕੁੜੀ ਹੋਣਾ, ਮੁੰਡੇ ਵਾਲੇ ਹੋਣਾ, ਕੁੜੀ ਵਾਲੇ ਹੋਣਾ ਮਹਿਜ਼ ਇੱਕ ਇਤਫਾਕ ਦੀ ਗੱਲ ਹੈ। ਉਹਦੇ ਵਿੱਚ ਕੋਈ ਵੀ ਪ੍ਰਾਊਡ ਮੂਵਮੈਂਟ ਨਹੀਂ ਹੈਗੀ ਜਦ ਤੱਕ ਕਿ ਤੁਹਾਡੇ ਬੱਚੇ ਕੋਈ ਪ੍ਰਾਊਡ ਵਾਲਾ ਕੰਮ ਨਹੀਂ ਕਰਦੇ। ਜਦ ਤੱਕ ਉਹ ਮੁੰਡਾ ਹੋ ਕੇ ਕੋਈ ਐਸਾ ਕੰਮ ਨਹੀਂ ਕਰਦਾ ਜਿਹਦੇ ਤੇ ਤੁਹਾਨੂੰ ਵਾਕਈ ਗਰਵ ਹੋਵੇ, ਕੁੜੀ ਹੋ ਕੇ ਕੋਈ ਐਸਾ ਕੰਮ ਨਹੀਂ ਕਰਦੀ ਜਿਹਦੇ ਤੇ ਵਾਕਈ ਗਰਵ ਹੋਵੇ, ਤਦ ਤੱਕ ਆਪਣਾ ਕੁੜੀ ਮੁੰਡੇ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਔਰ ਇਹ ਗੁਰੂ ਘਰ ਨੇ ਸਾਨੂੰ ਬਕਾਇਦਾ ਜੀ ਕੇ ਔਰ ਬਕਾਇਦਾ ਗੁਰੂ ਘਰ ਨੇ ਇਸ ਗੱਲ ਦਾ ਜਿਹੜਾ ਨਿਯਮ ਹੈ ਉਹ ਦ੍ਰਿੜ ਕਰਾਇਆ। ਕਿਸ ਤਰ੍ਹਾਂ ਕਰਵਾਇਆ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸ਼ਰਨ ਦੇ ਵਿੱਚ ਜਦੋਂ ਗੁਰੂ ਅਮਰਦਾਸ ਮਹਾਰਾਜ ਜਾ ਰਹੇ ਨੇ ਤੇ ਉਹ ਰਿਸ਼ਤੇ ਵਿੱਚ ਕੁੜਮ ਲੱਗਦੇ ਨੇ। ਔਰ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਨੇ ਉਹ ਮੁੰਡੇ ਵਾਲਿਆਂ ਪਾਸੋਂ ਆ ਤੇ ਗੁਰੂ ਅੰਗਦ ਦੇਵ ਮਹਾਰਾਜ ਕੁੜੀ ਵਾਲੇ ਪਾਸੋਂ ਆ। ਪਰ ਫਿਰ ਵੀ 60 ਸਾਲਾਂ ਦੀ ਉਮਰ ਦੇ ਵਿੱਚ ਉਹ ਗੁਰੂ ਘਰ ਦੇ ਨਾਲ ਲੱਗਦੇ ਨੇ ਗੁਰੂ ਅਮਰਦਾਸ ਪਾਤਸ਼ਾਹ। 12 ਸਾਲ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਕਰਦੇ ਨੇ। ਇੱਥੋਂ ਹੁਣ ਆਪਣੀ ਅੱਗੇ ਗੱਲ ਚੱਲੂਗੀ ਕਿ ਜਦੋਂ 12 ਸਾਲ ਸੇਵਾ ਕਰਦੇ ਨੇ ਤੇ ਉਹ ਸੇਵਾ ਦੇ ਪੁੰਜ ਵਾਂਗੂ ਵੀ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਹੁਣ ਅਗਲੀ ਗੱਲ ਆਪਾਂ ਕਰੀਏ, ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਇਹਦੇ ਵਿੱਚ ਹੀ ਮੈਂ ਐਡ ਕਰ ਦਿਆਂ ਜਾਂ ਕਹਿ ਲਓ ਕਿ ਰਿਪੀਟ ਕਰ ਦਿਆਂ। ਉਹ ਇਹ ਹੈ ਕਿ ਜੇ ਅੱਜ ਦੇ ਮਾਹੌਲ ਦੇ ਵਿੱਚ ਵੀ ਵੇਖਿਆ ਜਾਵੇ, ਜਦੋਂ ਅਸੀਂ ਆਪਣੇ ਆਪ ਨੂੰ ਮਾਡਰਨ ਸੁਸਾਇਟੀ ਮੰਨਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਪ੍ਰੋਗਰੈਸਿਵ ਸੁਸਾਇਟੀ ਮੰਨਦੇ ਹਾਂ, ਜਾਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਤਾਂ ਬੜੇ ਸਿਵਲਾਈਜ਼ਡ ਹੋ ਗਏ ਹਾਂ ਤੇ ਜਿਹੜੀਆਂ ਪੁਰਾਣੀਆਂ ਗੱਲਾਂ ਸੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਇਸੇ ਲਈ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਸਿੱਖੀ ਕਦੀ ਵੀ ਪੁਰਾਣੀ ਨਹੀਂ ਹੋ ਸਕਦੀ। ਸਿੱਖ ਇਤਿਹਾਸ ਕਦੀ ਪੁਰਾਣਾ ਨਹੀਂ ਹੋ ਸਕਦਾ। ਸਿੱਖਾਂ ਦੀ ਜਿਹੜੀ ਜੜ ਹੈ, ਜੋ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਖੜੀ ਹੈ, ਜਦੋਂ ਵੀ ਜਿਹੜੇ ਗੁਰਸਿੱਖ ਨੇ ਉਹ ਉਸ ਜੜ ਵੱਲ ਜਾਣਗੇ ਨਾ, ਸਾਨੂੰ ਇਹ ਸਮਝ ਆਉਂਦੀ ਰਹੂਗੀ ਕਿ ਇਹ ਤਾਂ ਨਵੀਂ ਤੋਂ ਨਵੀਂ ਸੁਸਾਇਟੀ ਜੋ ਹਜੇ ਸਿਰਜੀ ਜਾਣੀ ਹੈ ਉਸ ਤੋਂ ਵੀ ਕਿਤੇ ਅੱਗੇ ਦੀ ਗੱਲ ਹੈ। ਗੁਰੂ ਨਾਨਕ ਨੇ ਉਸ ਤੋਂ ਕਿਤੇ ਅੱਗੇ ਦੀ ਗੱਲ ਕੀਤੀ ਹੈ, ਗੁਰੂ ਨਾਨਕ ਦੇ ਘਰ ਨੇ ਉਸ ਤੋਂ ਕਿਤੇ ਅੱਗੇ ਦੀ ਗੱਲ ਕੀਤੀ ਹੈ। ਅੱਜ ਵੀ ਸੋਚ ਕੇ ਦੇਖ ਲਿਓ ਜੇ, ਆਪਣੇ ਆਪਣੇ ਦਿਲ ਨੂੰ ਪੁੱਛ ਕੇ ਦੇਖ ਲਿਓ ਜੇ ਕਿ ਤੁਹਾਡੇ 'ਚੋਂ ਜਿੰਨੇ ਵੀ ਅਗਰ ਕੋਈ ਕੁੜਮਾਚਾਰੀ ਦੇ ਵਿੱਚ ਵੀ ਹੈਗੇ ਨੇ ਤਾਂ ਇਹ ਆਪਾਂ ਸੋਚ ਕੇ ਦੇਖ ਲਈਏ ਕਿ ਸਾਡੇ 'ਚੋਂ ਕਿੰਨੇ ਨੇ ਜਿਹੜੇ ਆਪਣੇ ਕੁੜਮ ਸਾਹਿਬ ਦੀ ਜਿਹੜੀ ਆ ਉਹ ਸੇਵਾ ਕਰਨ ਨੂੰ ਤਿਆਰ ਹੋ ਜਾਣਗੇ। ਨਹੀਂ ਹੋਣਗੇ। ਹੁਣ ਇੱਥੇ ਸਿਰਫ ਗੱਲ ਕੁੜਮ ਦੀ ਨਹੀਂ ਰਹਿ ਗਈ, ਇਹ ਗੱਲ ਬਿਲਕੁਲ ਸੱਚ ਆ ਕਿ ਉਹ ਗੁਰੂ ਦੇ ਸਿੱਖ ਹੋ ਗਏ। ਪਰ ਮੈਂ ਜਿਹੜੀ ਗੱਲ ਕਰ ਰਹੀ ਹਾਂ ਉਹ ਇਹ ਕਰ ਰਹੀ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰੂ ਘਰ ਦੇ ਨਾਲ ਇਸ ਜ਼ਰੀਏ ਨਾਲ ਜੁੜਦੇ ਨੇ ਤਾਂ ਉਹ ਬਕਾਇਦਾ ਸਿੱਖਾਂ ਨੂੰ ਇਹ ਦੱਸਦੇ ਨੇ ਕਿ ਤੁਸੀਂ ਤੁਹਾਡੇ ਕਰਮਾਂ ਦੇ ਕਰਕੇ ਵੱਡੇ ਹੁੰਦੇ ਹੋ, ਨਾ ਉਮਰ ਦੇ ਕਰਕੇ ਵੱਡੇ ਹੋਵੋਗੇ, ਨਾ ਤੁਸੀਂ ਆਪਣੇ ਰਿਸ਼ਤੇ ਦੇ ਕਰਕੇ, ਨਾ ਜਾਤ ਦੇ ਕਰਕੇ, ਨਾ ਕਿਸੇ ਹੋਰ ਕਰਕੇ ਵੱਡੇ ਨਹੀਂ ਹੋ ਸਕਦੇ, ਨਾ ਮਜ਼ਹਬ ਦੇ ਕਰਕੇ ਵੱਡੇ ਹੋਵੋਗੇ। ਤੁਸੀਂ ਵੱਡੇ ਹੋਵੋਗੇ ਤੁਹਾਡੇ ਕਰਮ ਕੀ ਨੇ। ਉਸ ਸਮੇਂ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਗੱਦੀ ਤੇ ਬਿਰਾਜਮਾਨ ਨੇ। ਗੁਰੂ ਅਮਰਦਾਸ ਪਾਤਸ਼ਾਹ ਜੋ ਕਿ ਰਿਸ਼ਤੇ ਵਿੱਚ ਉਹਨਾਂ ਦੇ ਕੁੜਮ ਨੇ, ਪਰ ਉਹ ਬਕਾਇਦਾ ਉਹਨਾਂ ਦੇ ਕੋਲ ਜਾਂਦੇ ਨੇ, ਉਹਨਾਂ ਦੀ ਸ਼ਰਨ 'ਚ ਜਾਂਦੇ ਨੇ ਔਰ 12 ਸਾਲ ਉਹਨਾਂ ਦੀ ਸੇਵਾ ਕਰਦੇ ਨੇ। ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਇਹ ਜਿਹੜੀ ਗੁਰਬਾਣੀ ਦੀ ਪੰਕਤੀ ਹੈ, ਗੁਰੂ ਮਹਾਰਾਜ ਉਸ ਨੂੰ ਬਕਾਇਦਾ ਜੀ ਕੇ ਸਾਨੂੰ ਦ੍ਰਿੜ ਕਰਵਾਉਂਦੇ ਨੇ, ਬਕਾਇਦਾ ਜੀ ਕੇ ਸਾਨੂੰ ਦੱਸਦੇ ਨੇ ਕਿ ਸੇਵਾ ਕਰਨੀ ਔਰ ਉਸ ਤੋਂ ਬਾਅਦ ਹੀ ਉਹ ਸੁਆਮੀ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਔਰ ਉਹਦੇ ਨਾਲ ਹੀ ਇੱਕ ਗੱਲ ਜਿਹੜੀ ਉਹ ਬੋਲਦੇ ਨੇ, ਉਹ ਕਹਿੰਦੇ ਨੇ ਸੇਵਾ ਕਰਤ ਹੋਏ ਨਹਿਕਾਮੀ। ਨਹਿਕਾਮੀ ਹੋ ਕੇ ਸੇਵਾ ਦੀ ਜਿਹੜੀ ਭਾਵਨਾ ਹੈ ਉਹ ਸਿੱਖਾਂ ਦੇ ਵਿੱਚ ਇਸ ਸਮੇਂ ਵੀ, ਇਸ ਕਲਯੁਗ ਦੇ ਦੌਰ ਦੇ ਵਿੱਚ ਵੀ, ਜਾਂ ਕਹਿ ਲਈਏ ਕਿ ਜਿਹੜਾ ਅਜੋਕਾ ਸਮਾਂ ਹੈ ਜਿੱਥੇ ਇਨਸਾਨ ਨੂੰ ਨਹੀਂ ਪੁੱਛ ਰਿਹਾ,
ਉਸ ਦੌਰਾਨ ਵੀ ਸਿੱਖਾਂ ਦੇ ਵਿੱਚ ਜਿਹੜੀ ਸੇਵਾ ਦੀ ਭਾਵਨਾ ਹੈ ਉਹ ਮੈਨੂੰ ਲੱਗਦਾ ਹੈ ਕਿ ਜਗ ਜ਼ਾਹਰ ਹੈ। ਉਹਦੇ ਬਾਰੇ ਕਿਸੇ ਨੂੰ ਕੁਝ ਬੋਲਣ ਦੀ ਲੋੜ ਨਹੀਂ। ਬੜੀਆਂ ਚੈਰੀਟੇਬਲ ਸੁਸਾਇਟੀਜ਼ ਜਿਹੜੀਆਂ ਸਾਡੀਆਂ ਬਣੀਆਂ ਨੇ ਜੋ ਸੱਚੀ ਮੁੱਚੀ ਕੰਮ ਕਰ ਰਹੀਆਂ। ਮੈਂ ਵੈਸੇ ਤਾਂ ਬਹੁਤ ਸਾਰੀਆਂ ਚੈਰੀਟੇਬਲ ਸੁਸਾਇਟੀਜ਼ ਨੇ, ਕਈ ਸਿਰਫ ਵਿਚਾਰੇ ਮਾਇਆ ਇਕੱਠੀ ਕਰਦੇ ਆ, ਉਹਨਾਂ ਦੀ ਮੈਂ ਗੱਲ ਨਹੀਂ ਕਰ ਰਹੀ, ਪਰ ਜਿਹੜੇ ਵਾਕਈ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦੇ ਆ ਉਹਨਾਂ ਦੀ ਗੱਲ। ਮਨੁੱਖਤਾ ਦੀ ਸੇਵਾ ਸੁਸਾਇਟੀ ਹੈ, ਉਹ ਬੜਾ ਬੜਾ ਪਿਆਰਾ ਕੰਮ ਕਰਦੇ ਨੇ। ਫਿਰ ਇੱਕ ਬਾਬਾ ਦੀਪ ਸਿੰਘ ਦੇ ਨਾਮ ਦੇ ਉੱਤੇ ਸੇਵਾ ਸੁਸਾਇਟੀ ਹੈ, ਭਗਤ ਪੂਰਨ ਸਿੰਘ ਹੋਣਾ ਦਾ ਪਿੰਗਲਵਾੜਾ ਸੁਸਾਇਟੀ ਹੈ। ਸੋ ਇਹ ਜਿਹੜੀਆਂ ਸੁਸਾਇਟੀਜ਼ ਨੇ ਜੋ ਅੱਜ ਵੀ ਸੇਵਾ ਦਾ ਕੰਮ ਕਰ ਰਹੀਆਂ ਨੇ, ਜੋ ਸੇਵਾ ਦੇ ਨਾਮ ਜੋ ਸੇਵਾ ਕਰ ਰਹੀਆਂ ਨੇ, ਤਾਂ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਐਪੀਟਮ ਹੈ ਸੇਵਾ ਦਾ। ਉਹ ਦੱਸਦੀਆਂ ਨੇ ਕਿ ਸੇਵਾ ਸਿੱਖੀ ਦੇ ਵਿੱਚ ਕਿੰਨੀ ਡੂੰਘਾਈ ਦੇ ਵਿੱਚ, ਕਿੰਨੀਆਂ ਜੜ੍ਹਾਂ ਦੇ ਵਿੱਚ ਜਿਹੜੀ ਹੈ ਉਹ ਪਈ ਹੈ, ਕਿ ਸਿੱਖੀ ਸੇਵਾ ਤੋਂ ਬਿਨਾਂ ਅੱਗੇ ਚੱਲਦੀ ਨਹੀਂ, ਜਾਂ ਇਹਨੂੰ ਇਸ ਤਰ੍ਹਾਂ ਕਹਿ ਲਈਏ। ਪਰ ਇਹਦੇ ਨਾਲ ਨਾਲ ਜੋ ਅਸੀਂ ਗੁਰਬਾਣੀ ਕੋਲੋਂ ਸੇਧ ਲੈਣੀ ਹੈ ਉਹ ਹੈ ਕਿ ਸੇਵਾ ਹੋਵੇ ਕਿੱਦਾਂ ਦੀ, ਕਿਹੜੀ ਸੇਵਾ ਜਿਹੜੀ ਹੈ ਉਹ ਕਰਨ ਦੇ ਨਾਲ ਫਿਰ ਪ੍ਰਾਪਤ ਸੁਆਮੀ ਵਾਲੀ ਗੱਲ ਆਊਗੀ, ਉਹ ਹੈ ਨਹਿਕਾਮੀ। ਹੁਣ ਜਦੋਂ ਆਪਾਂ ਇਹ ਗੱਲ ਕਰਾਂਗੇ ਕਿ ਕਿਹੜੀ ਨਹਿਕਾਮ ਸੇਵਾ ਦੀ ਗੱਲ ਹੋ ਰਹੀ ਹੈ, ਸੈਲਫਲੈਸ ਸਰਵਿਸ ਆਪਾਂ ਇਹਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰ ਦਿੰਦੇ ਆ ਕਿ ਸੈਲਫਲੈਸ ਸਰਵਿਸ ਦੀ ਗੱਲ ਹੈ, ਰਾਈਟ। ਪਰ ਹੁਣ ਸੈਲਫਲੈਸ ਸਰਵਿਸ ਕੀ ਹੋਈ? ਜਦੋਂ ਵੀ ਕੋਈ ਵੀ ਜੋ ਸੇਵਾ ਕਰ ਰਿਹਾ ਉਹਨੂੰ ਪੁੱਛੋਗੇ ਕਿ ਸੈਲਫਲੈਸ, ਉਹ ਇਹੀ ਕਹੂਗਾ ਕਿ ਮੈਂ ਸੈਲਫਲੈਸ ਸੇਵਾ ਹੀ ਕਰ ਰਿਹਾ, ਕਿਉਂਕਿ ਇਹਦੇ ਵਿੱਚੋਂ ਮੈਨੂੰ ਕੀ ਮਿਲਣਾ, ਮੈਂ ਤਾਂ ਲੋਕਾਂ ਦੀ ਸੇਵਾ ਕਰ ਰਿਹਾ, ਉਹਨਾਂ ਦੀ ਸੇਵਾ ਕਰ ਰਿਹਾ ਜੋ ਨਾ ਮੇਰੀ ਮਾਂ ਹੈ, ਨਾ ਮੇਰਾ ਬਾਪ ਹੈ, ਨਾ ਮੇਰੀ ਭੈਣ, ਨਾ ਮੇਰਾ ਭਰਾ, ਜਿਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਮੈਂ ਉਹ ਸੇਵਾ ਕਰ ਰਿਹਾ, ਤਾਂ ਇਹ ਤਾਂ ਸੈਲਫਲੈਸ ਸੇਵਾ ਹੀ ਹੋਈ ਨਾ। ਪਰ ਗੱਲ ਇੱਥੇ ਕਿ ਜੇ ਨਹੀਂ ਜੇ ਮੁੱਕਦੀ, ਗੱਲ ਆਪਾਂ ਨੂੰ ਸਮਝਣ ਦੇ ਲਈ, ਨਿਸ਼ਕਾਮ ਸਮਝਣ ਦੇ ਲਈ ਕਿ ਜਿਹੜਾ ਅੱਖਰ ਹੈ ਨਿਸ਼ਕਾਮ, ਨਹਿਕਾਮ, ਇਹਦਾ ਮਤਲਬ ਕੀ ਹੈ, ਸਾਨੂੰ ਭਾਈ ਗੁਰਦਾਸ ਕੋਲ ਜਾਣਾ ਪਊਗਾ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ, ਔਰ ਵਾਰ ਦਾ ਸਿਰਲੇਖ ਹੀ ਹੈ ਸਿੱਖ ਦੀ ਨਿਸ਼ਕਾਮ ਅਵਸਥਾ। ਬੜੀ ਪਿਆਰੀ ਵਾਰ ਹੈ, ਮੈਂ ਪਹਿਲਾਂ ਇਸ ਤਰ੍ਹਾਂ ਹੀ ਥੋੜਾ ਜਿਹਾ ਪੜ੍ਹ ਦਿੰਨੀ ਹਾਂ, ਉਸ ਤੋਂ ਬਾਅਦ ਆਪਾਂ ਇਹਦੇ ਤੇ ਗੱਲ ਕਰਦੇ ਹਾਂ। ਸਿੱਖ ਦੀ ਨਿਸ਼ਕਾਮ ਅਵਸਥਾ, ਉਹ ਕਹਿੰਦੇ ਨੇ, ਹਾਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ। ਹਾਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਹਾਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿਤ ਲਾਇਆ। ਹਾਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਹਾਉ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਹਾਉ ਸਦਕੇ ਤਿੰਨਾਂ ਗੁਰਸਿੱਖਾਂ ਆਸਾ ਵਿੱਚ ਨਿਰਾਸ ਵਲਾਇਆ। ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ। ਹੁਣ ਇਹ ਜਿਹੜੀ ਇੰਨੀ ਕੁ ਗੱਲ ਨੂੰ ਅਗਰ ਆਪਾਂ ਸਮਝ ਲਈਏ ਤਾਂ ਇਸ ਨੂੰ ਭਾਈ ਗੁਰਦਾਸ ਨੇ ਜਿਹੜਾ ਸਿਰਲੇਖ ਦਿੱਤਾ ਹੈ ਉਹ ਹੈ ਕਿ ਸਿੱਖ ਦੀ ਨਿਸ਼ਕਾਮ ਅਵਸਥਾ ਕੈਸੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸੇਵਾ ਦੀ ਗੱਲ ਕਰ ਰਹੇ ਹਾਂ ਤੇ ਇਹ ਕਹਿ ਰਹੇ ਹਾਂ ਕਿ ਨਿਸ਼ਕਾਮ ਭਾਵ ਦੇ ਨਾਲ ਸੇਵਾ, ਤਾਂ ਨਿਸ਼ਕਾਮ ਅਵਸਥਾ ਹੈ, ਔਰ ਉਸ ਅਵਸਥਾ ਨੂੰ ਸਾਨੂੰ ਬਣਾਉਣਾ ਪਊਗਾ, ਫਿਰ ਅਸੀਂ ਅਗਲੀ ਗੱਲ ਤੋਰ ਸਕਦੇ ਹਾਂ। ਹੁਣ ਇਹਦੇ ਵਿੱਚ ਆਪਾਂ ਆਪਣੇ ਆਪ ਦਾ ਜਿਹੜਾ ਇੱਕ ਸੈਲਫ ਐਨਾਲਿਸਿਸ ਆ ਉਹ ਖੁਦ ਕਰਦੇ ਰਹੀਏ, ਔਰ ਦੇਖੀਏ ਕਿ ਜਿਹੜੀ ਸੈਲਫ ਐਨਾਲਿਸਿਸ ਦੇ ਵਿੱਚ ਹੀ ਕਿ ਕਿੰਨੀਆਂ ਕੁ ਜਿਹੜੀਆਂ ਪੁਆਇੰਟਸ ਦੇ ਉੱਪਰ ਮੈਂ ਟਿਕ ਮਾਰਕ ਕਰਦੀ ਹਾਂ ਜਾਂ ਕਰਦਾ ਹਾਂ, ਕਿੰਨੇ ਕੁ ਜਿਹੜੇ ਪੁਆਇੰਟ ਜੋ ਭਾਈ ਗੁਰਦਾਸ ਕਹਿੰਦੇ ਨੇ ਕਿ ਆਹ ਜ਼ਰੂਰੀ ਹੈ ਨਿਸ਼ਕਾਮ ਹੋਣ ਦੇ ਲਈ, ਉਹ ਆਪਾਂ ਪੂਰੇ ਕਰਦੇ ਹਾਂ। ਆਪਾਂ ਉਹਦੇ ਉੱਤੇ ਆਪਣੇ ਆਪ ਸੈਲਫ ਐਨਾਲਿਸਿਸ ਕਰਕੇ ਟਿਕ ਮਾਰੀ ਜਾਈਏ ਤੇ ਉਸ ਤੋਂ ਬਾਅਦ ਦੇਖੀਏ ਕਿ ਕਿਆ ਇਸ ਅਵਸਥਾ ਦੇ ਵਿੱਚ ਮੈਂ ਹਾਂ। ਜੇ ਨਹੀਂ ਹਾਂ ਤਾਂ ਫਿਰ ਕਿਆ ਮੇਰੀ ਸੇਵਾ ਨਿਸ਼ਕਾਮ ਸੇਵਾ ਹੋ ਸਕਦੀ ਹੈ ਜਾਂ ਉਹਨੂੰ ਉਸ ਤਰੀਕੇ ਨਾਲ ਪ੍ਰਵਾਨ ਕੀਤਾ ਜਾ ਸਕਦਾ, ਫਿਰ ਆਪਾਂ ਉਹ ਗੱਲ ਕਰ ਲਈਏ। ਹੁਣ ਆਪਾਂ ਇਹਨੂੰ ਕੱਲੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ ਕਹਿੰਦੇ ਨੇ ਕਿ ਹਾਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ। ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਉਹਨਾਂ ਗੁਰਸਿੱਖਾਂ ਦੇ ਮੈਂ ਸਦਕੇ ਹਾਂ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਣਾ ਆਪ ਗਵਾਇਆ। ਹੁਣ ਆਪਣਾ ਆਪ ਗਵਾਇਆ ਦਾ ਮਤਲਬ ਕੀ ਹੈ ਕਿ ਜੋ ਈਗੋ, ਜੋ ਹੰਕਾਰ, ਜੋ ਮੈਂ, ਜੋ ਹਉਮੈ ਤੋਂ ਪਰੇ ਹੋ ਗਏ ਨੇ, ਜਿਨ੍ਹਾਂ ਨੇ ਇਹ ਛੱਡ ਦਿੱਤਾ ਕਿ ਮੈਂ ਕਰਨ ਵਾਲਾ ਹਾਂ। ਪਰ ਜਦੋਂ ਅਸੀਂ ਇਹ ਕੁਝ ਕਰਦੇ ਹਾਂ ਜਾਂ ਇਹ ਅਚਨਚੇਤ, ਇਹ ਹਿਊਮਨ ਮਾਈਂਡ ਦੀ, ਇਹ ਹਿਊਮਨ ਸਾਈਕੋਲੋਜੀ ਦੀ ਮੇਕਿੰਗ ਇੱਦਾਂ ਦੀ ਹੈ ਕਿ ਜਦੋਂ ਅਸੀਂ ਕੋਈ ਛੋਟਾ ਜਿਹਾ ਵੀ ਚੰਗਾ ਕੰਮ ਕਰਦੇ ਹਾਂ ਨਾ, ਤੇ ਅਸੀਂ ਉਹ ਹਰ ਇੱਕ ਬੰਦੇ ਨੂੰ ਫੜ ਕੇ ਦੱਸਣਾ ਚਾਹੁੰਦੇ ਹਾਂ ਕਿ ਮੈਂ ਕੀਤਾ। ਤੇ ਜਦੋਂ ਉਹ ਕੰਮ ਗਲਤ ਹੋ ਜਾਂਦਾ ਤਾਂ ਫਿਰ ਅਸੀਂ ਬਾਕੀਆਂ ਦੇ ਸਿਰ ਤੇ ਸਿਹਰਾ ਮੜਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਮੈਂ ਨਹੀਂ ਕੀਤਾ ਤਾਂ ਫਲਾਣੇ ਨੇ ਕੀਤਾ, ਇਹਦੇ 'ਚ ਮੇਰਾ ਕੋਈ ਰੋਲ ਨਹੀਂ ਆ, ਇਹ ਤਾਂ ਅਗਰ ਉਹ ਨਾ ਕਰਦਾ ਤਾਂ ਫਿਰ ਇੰਝ ਹੋਣਾ ਨਹੀਂ ਸੀ। ਇਹ ਇਨਸਾਨ ਦੀ ਫਿਤਰਤ ਹੈ, ਹਿਊਮਨ ਸਾਈਕੋਲੋਜੀ, ਜਿਹੜੀ ਹਿਊਮਨ ਸੁਸਾਇਟੀ ਦੀ ਜਿਹੜੀ ਕੰਸਟਰਕਟ ਹੈ ਉਹਦੇ ਅੰਡਰ ਕਰੰਟਸ ਇਹੀ ਨੇ।
ਕਿਉਂਕਿ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਅਸੀਂ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੇ ਹਾਂ। ਕੋਈ ਮਾੜਾ ਕੰਮ ਹੋ ਜਾਏ ਤਾਂ ਫਿਰ ਅਸੀਂ ਭਾਵੇਂ ਉਹ ਕੰਮ ਮੇਰੇ ਹੱਥੋਂ ਹੀ ਮਾੜਾ ਕਿਉਂ ਨਾ ਹੋਏ, ਪਰ ਅਸੀਂ ਉਹ ਬਗਾਨੇ ਦੇ ਸਿਰ ਤੇ ਜਾਂ ਕਿਸੇ ਹੋਰ ਦੇ ਸਿਰ ਦੇ ਉੱਪਰ ਉਹ ਜਿਹੜਾ ਇਲਜ਼ਾਮ ਹੈ ਉਹ ਮੜਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਗੁਰੂ ਮਹਾਰਾਜ ਜਿਹੜੇ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਉਸ ਤੋਂ ਬਿਨਾਂ, ਉਸ ਦੀ ਆਗਿਆ ਤੋਂ ਬਿਨਾਂ ਕੁਛ ਨਹੀਂ ਹੁੰਦਾ। ਤੇ ਇਹੀ ਗੱਲ ਹੈ ਕਿ ਜਦੋਂ ਤੁਸੀਂ ਆਪਣਾ ਆਪ, ਜਦੋਂ ਗੁਰੂ ਨੂੰ ਮਿਲ ਕੇ ਅਸੀਂ ਆਪਣਾ ਆਪ ਗਵਾਉਂਦੇ ਹਾਂ ਕਿ ਮੇਰੇ 'ਚ ਕੁਛ ਨਹੀਂ ਪਾਤਸ਼ਾਹ, ਜੋ ਹੈ ਜੋ ਮੈਂ ਕਰ ਰਿਹਾ ਹਾਂ ਉਹ ਤੂੰ ਕਰ ਰਿਹਾ, ਜੋ ਮੈਂ ਕਰੂੰਗਾ ਉਹ ਤੂੰ ਕਰੇਗਾ, ਤਾਂ ਫਿਰ ਸ਼ਾਇਦ ਆਪਾਂ ਗਲਤ ਵੀ ਨਹੀਂ ਕਰਾਂਗੇ। ਫਿਰ ਸ਼ਾਇਦ ਅਗਰ ਮੈਂ ਹਮੇਸ਼ਾ ਆਪਣੇ ਐਕਸ਼ਨਸ ਨੂੰ ਮੈਂ ਦੇਖਣਾ ਸ਼ੁਰੂ ਕਰ ਦਿਆਂ ਕਿ ਜੋ ਮੈਂ ਕਰ ਰਹੀ ਹਾਂ ਉਹ ਦਰਅਸਲ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਕਰ ਰਹੀ ਹਾਂ, ਤੇ ਫਿਰ ਮੇਰਾ ਅਗਲਾ ਐਨਾਲਿਸਿਸ ਇਹ ਹੋਊਗਾ ਕਿ ਜੋ ਮੈਂ ਕਰ ਰਹੀ ਹਾਂ ਕਿਆ ਉਹ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੋ ਸਕਦਾ, ਤਾਂ ਫਿਰ ਮੈਂ ਕਦੀ ਮਾੜਾ ਕੰਮ ਨਹੀਂ ਕਰੂੰਗੀ। ਬਹੁਤ ਸਾਰੇ ਲੋਕ ਇਹ ਗੱਲ ਕਰ ਦਿੰਦੇ ਨੇ ਕਿ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜੋ ਕਰ ਰਿਹਾ ਪਰਮਾਤਮਾ ਕਰ ਰਿਹਾ, ਤੇ ਫਿਰ ਤਾਂ ਮਾੜੇ ਕੰਮ ਵੀ ਪਰਮਾਤਮਾ ਹੀ ਕਰ ਰਿਹਾ, ਹੈ ਨਾ। ਤੇ ਉੱਥੇ ਹੀ ਫਿਰ ਸਿੱਖੀ ਕਹਿੰਦੀ ਹੈ ਕਿ ਵਿਵੇਕ ਬੁੱਧੀ ਵੀ ਤੁਹਾਨੂੰ ਦਿੱਤੀ ਹੈ। ਉੱਥੇ ਵਿਵੇਕ ਬੁੱਧੀ ਦੀ ਗੱਲ ਆਉਂਦੀ ਹੈ, ਜੋ ਆਪਾਂ ਆਲਰੇਡੀ ਪਹਿਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ। ਕਿਉਂਕਿ ਜਦੋਂ ਮੈਂ ਕੋਈ ਕਰਮ ਕਰ ਰਹੀ ਹਾਂ, ਅਗਰ ਮੰਨ ਲਿਓ ਕਿ ਮੇਰਾ ਮਨ ਕਰ ਰਿਹਾ ਕਿ ਮੈਂ ਟੈਕਸ ਨਹੀਂ ਭਰਨਾ ਤੇ ਆਪਾਂ ਟੈਕਸ ਚੋਰੀ ਕਰੀਏ, ਤੇ ਹੁਣ ਮੈਂ ਅਗਲੀ ਗੱਲ ਮੇਰੇ ਦਿਮਾਗ 'ਚ ਇਹ ਆਉਂਦੀ ਆ ਕਿ ਜੋ ਕਰ ਰਿਹਾ ਪਰਮਾਤਮਾ ਕਰ ਰਿਹਾ, ਤੇ ਫਿਰ ਮੈਂ ਦੇਖਦੀ ਹਾਂ ਕਿ ਕਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਮੈਨੂੰ ਕਿਸੇ ਤਰ੍ਹਾਂ ਦੀ ਵੀ ਚੋਰੀ ਕਰਨ ਦੀ ਜਿਹੜੀ ਆ ਹੁਕਮ ਦੇ ਸਕਦੇ ਨੇ। ਜਦੋਂ ਮੇਰੇ ਦਿਲ 'ਚ ਇਹ ਗੱਲ ਆ ਗਈ ਤਾਂ ਫਿਰ ਅਗਲਾ ਗੱਲ ਆਊਗੀ ਕਿ ਨਹੀਂ ਦੇ ਸਕਦੇ, ਤਾਂ ਫਿਰ ਉਹ ਮੈਂ ਕਰਮ ਕਰ ਹੀ ਨਹੀਂ ਸਕਦੀ। ਉਹ ਕਰਮ ਆਪਾਂ ਕਰਦੇ ਹੀ ਉਦੋਂ ਆ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਧਾਨ ਬਣਾ ਲੈਂਦੇ ਹਾਂ, ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਪਰਮਾਤਮਾ ਤਾਂ ਅੰਨਾ ਬੋਲਾ ਹੈ, ਉਹਨੂੰ ਛੱਡ ਦਿਓ, ਜਾਂ ਗੁਰੂ ਨਾਨਕ ਨੇ ਕਿਹੜਾ ਦੇਖ ਲੈਣਾ, ਹੈ ਨਾ। ਜਦੋਂ ਅਸੀਂ ਲੋਗਨ ਰਾਮ ਖਿਲਾਉਣਾ ਜਾਣਾ, ਜਦੋਂ ਅਸੀਂ ਰਾਮ ਨੂੰ, ਜਦੋਂ ਅਸੀਂ ਪਰਮਾਤਮਾ ਨੂੰ, ਗੁਰੂ ਨਾਨਕ ਨੂੰ ਜਦੋਂ ਅਸੀਂ ਖਿਡੌਣਾ ਸਮਝਣ ਲੱਗ ਜਾਂਦੇ ਹਾਂ ਨਾ ਕਿ ਉਹਨੂੰ ਕਿਹੜੀ ਸਮਝ ਲੱਗਣੀ ਹੈ, ਉਦੋਂ ਅਸੀਂ ਆਪਣਾ ਜਿਹੜਾ ਦਿਮਾਗ ਲਾਉਣਾ ਸ਼ੁਰੂ ਕਰਦੇ ਹਾਂ। ਸੋ ਪਹਿਲੀ, ਜਦੋਂ ਆਪਾਂ ਨਿਸ਼ਕਾਮ ਸੇਵਾ ਦੀ ਗੱਲ ਕਰਾਂਗੇ ਤਾਂ ਪਹਿਲੀ ਅਵਸਥਾ ਜਿਹੜੀ ਹੈ ਨਿਸ਼ਕਾਮ ਅਵਸਥਾ ਦੇ ਵਿੱਚ ਪਹੁੰਚਣ ਦੇ ਲਈ ਪਹਿਲੀ ਗੱਲ ਆਊਗੀ ਕਿ ਸਾਨੂੰ ਆਪਣਾ ਆਪ ਗਵਾਉਣਾ ਪਊਗਾ। ਇਹ ਖਤਮ ਕਰਨਾ ਪਊਗਾ ਕਿ ਮੇਰੇ ਤੋਂ ਪਹਿਲਾਂ ਦੁਨੀਆ ਨਹੀਂ ਸੀ, ਮੇਰੇ ਤੋਂ ਬਾਅਦ 'ਚ ਦੁਨੀਆ ਨਹੀਂ। ਕਿ ਬੀਬੀ ਕੰਗਨਾ ਰਣੌਤ ਨੇ ਹੁਣੇ ਕਿਹਾ ਨਾ ਕਿ 2014 ਦੇ ਵਿੱਚ ਹੀ ਸਾਨੂੰ ਆਜ਼ਾਦੀ ਮਿਲੀ ਹੈ। ਉਹਨੂੰ ਪਹਿਲਾਂ ਸਮਝ ਹੀ ਨਹੀਂ ਆ ਰਹੀ ਉਹਨੂੰ ਕਿ ਪਹਿਲਾਂ ਵੀ ਦੁਨੀਆ ਐਗਜ਼ਿਸਟ ਕਰਦੀ ਸੀ। ਫਿਰ ਕਿਸੇ ਨੇ ਬੜਾ ਵਧੀਆ ਉਹਨੂੰ ਸਵਾਲ ਪੁੱਛਿਆ ਕਿ ਕੰਗਨਾ ਜੀ ਨੂੰ ਇਹ ਪੁੱਛ ਲਓ ਕਿ 2014 ਤੋਂ ਪਹਿਲਾਂ ਧਰਤੀ ਘੁੰਮਦੀ ਸੀ ਕਿ ਨਹੀਂ ਘੁੰਮਦੀ ਸੀ। ਸੋ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਹਰ ਚੀਜ਼ ਨੂੰ ਆਪਣੇ ਦੁਆਲੇ ਹੀ ਸਮਝਣਾ ਸ਼ੁਰੂ ਕਰ ਦਿੰਦੇ ਆ ਕਿ ਅਗਰ ਮੈਂ ਇਹ ਕੰਮ ਨਾ ਕਰਦਾ, ਜੇ ਮੈਂ ਇਹ ਸੇਵਾ ਨਾ ਕਰਦਾ ਤਾਂ ਇਹ ਤਾਂ ਲੋਕ ਰੁਲ ਜਾਣੇ ਸੀ। ਇੰਝ ਨਹੀਂ ਹੁੰਦਾ। ਜਿਸ ਬੰਦੇ ਨੂੰ ਸੰਭਾਲਣਾ ਹੈ, ਜਿਸ ਵੇਲੇ ਸੰਭਾਲਣਾ ਹੈ, ਗੁਰੂ ਨੇ ਉੱਥੇ ਕੋਈ ਨਾ ਕੋਈ ਫਰਿਸ਼ਤਾ ਭੇਜ ਦੇਣਾ ਹੈ। ਜੇ ਉਹ ਤੁਹਾਡੇ ਜ਼ਰੀਏ ਗੁਰੂ ਮਹਾਰਾਜ ਸੇਵਾ ਲੈ ਰਹੇ ਨੇ ਤਾਂ ਉਹ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹਨਾਂ ਦੀ ਬਖਸ਼ਿਸ਼ ਹੈ। ਅਗਰ ਮੈਂ ਇੱਥੇ ਖੜੀ ਹੋ ਕੇ ਨਾ ਬੋਲ ਰਹੀ ਹੁੰਦੀ, ਕੋਈ ਹੋਰ ਬੋਲ ਰਿਹਾ ਹੁੰਦਾ, ਕਿਉਂਕਿ ਮੇਰੀ ਕੋਈ ਬਿਸਾਤ ਨਹੀਂ, ਮੇਰੀ ਕੋਈ ਔਕਾਤ ਨਹੀਂ। ਗੁਰੂ ਮਹਾਰਾਜ ਮੇਰੇ ਥਰੂ ਬੁਲਵਾ ਰਹੇ ਨੇ, ਇਹ ਉਹਨਾਂ ਦਾ ਸ਼ੁਕਰ ਹੈ, ਇਹ ਉਹਨਾਂ ਦੀ ਕਿਰਪਾ ਹੈ, ਉਹਨਾਂ ਦੀ ਮਹਿਮਾ ਹੈ। ਤੇ ਮੇਰੇ ਗਰੀਬ ਦੇ ਉੱਤੇ, ਹੈ ਨਾ, ਮੇਰੇ ਜਿਹੜੇ ਬਿਸਟਾ ਦੇ ਕੀੜੇ ਹੁੰਦੇ ਆ, ਇਹਨਾਂ ਵਰਗੀਆਂ ਲੋਕਾਂ ਨੂੰ ਵੀ ਗੁਰੂ ਮਹਾਰਾਜ ਆਪਣੇ ਗੱਲ ਨਾਲ ਲਾ ਲੈਂਦੇ ਨੇ, ਇਹ ਉਹਨਾਂ ਦੀ ਮਹਿਮਾ ਹੈ। ਸੋ ਸਾਨੂੰ ਪਹਿਲੀ ਗੱਲ ਨਿਸ਼ਕਾਮ ਅਵਸਥਾ ਦੇ ਵਿੱਚ ਪਹੁੰਚਣ ਲਈ ਇਹ ਜਿਹੜੀ ਮੈਂ ਹੈ ਉਹ ਤਿਆਗਣੀ ਪਊਗੀ ਕਿ ਸਭ ਕੁਝ ਮੈਂ ਕੀਤਾ, ਮੇਰੇ ਕੀਤਿਆਂ ਹੋਇਆ। ਮੈਂ ਨਾ ਕੀਤਾ ਤਾਂ ਫਿਰ ਪਤਾ ਨਹੀਂ ਕੀ ਹੋਊਗਾ। ਜੇ ਮੈਂ ਨਾ ਆਪਣੇ ਬੱਚਿਆਂ ਨੂੰ ਸੰਭਾਲਿਆ ਪਤਾ ਨਹੀਂ ਕੀ ਹੋਊਗਾ। ਜੇ ਮੈਂ ਇੰਝ ਨਾ ਕੀਤਾ ਫਿਰ ਪਤਾ ਨਹੀਂ। ਸਾਡੇ ਕੁਝ ਡਿਊਟੀਜ਼ ਨੇ, ਪਰ ਉਹ ਡਿਊਟੀਜ਼ ਹੀ ਅਸੀਂ ਨਿਭਾ ਸਕਦੇ ਹਾਂ। ਉਹਨਾਂ ਨੂੰ ਫਲ ਦੇਣਾ ਕਿਸ ਤਰੀਕੇ ਦਾ ਦੇਣਾ ਜਾਂ ਨਹੀਂ ਦੇਣਾ, ਉਹ ਗੁਰੂ ਮਹਾਰਾਜ ਦੀ ਮਰਜ਼ੀ ਆ। ਸੋ ਜਦੋਂ ਆਪਾਂ ਇਸ ਲਾਈਨ ਦੇ ਉੱਤੇ ਆ ਜਾਵਾਂਗੇ ਫਿਰ ਅਸੀਂ ਸਭ ਕੁਝ ਨਿਸ਼ਕਾਮ ਭਾਵ ਦੇ ਵਿੱਚ ਦੇਖਣਾ ਸ਼ੁਰੂ ਕਰ ਦਿਆਂਗੇ। ਅਗਲੀ ਗੱਲ ਜਿਹੜੀ ਆਉਂਦੀ ਆ, ਉਹ ਕਹਿੰਦੇ ਨੇ ਹਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਹੁਣ ਜਿਹੜਾ ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਗ੍ਰਸਤ ਤਿਆਗ ਕੇ ਜੰਗਲਾਂ 'ਚ ਜਾਣਾ ਤਾਂ ਹੈ ਹੀ ਨਹੀਂ। ਸੋ ਉਹ ਕਹਿੰਦੇ ਨੇ ਕਿ ਉਹ ਗੁਰਸਿੱਖਾਂ ਦੇ ਮੈਂ ਸਦਕੇ ਹਾਂ ਜਿਹੜੇ ਮਾਇਆਵੀ ਦੁਨੀਆ ਦੇ ਵਿੱਚ ਰਹਿ ਕੇ ਵੀ ਉਦਾਸੀ ਕਰਦੇ ਨੇ। ਉਦਾਸੀ ਮਤਲਬ ਜਿਹੜੇ ਉਹ ਇੱਕ ਸੰਤ ਜਾਂ ਉਹ ਕਹਿ ਲਓ ਕਿ ਜਿਹੜਾ ਬਿਲਕੁਲ ਨਿਸ਼ਕਾਮ ਹੋ ਕੇ ਸੰਤਾਂ ਦੀ ਤਰ੍ਹਾਂ ਉਹ ਆਪਣਾ ਜੀਵਨ ਬਤੀਤ ਕਰਦੇ ਨੇ। ਹੁਣ ਇਹ ਕਿੱਦਾਂ ਹੋ ਸਕਦਾ? ਫਿਰ ਉਹੀ ਗੱਲ, ਕਿਉਂਕਿ ਪਹਿਲੀ ਵਾਲੀ ਲਾਈਨ ਦੇ ਨਾਲ ਹੀ ਇਹ ਲਿੰਕ ਹੋਊਗਾ। ਜਿਹੜੇ ਲੋਕ ਮਾਇਆਵੀ ਦੁਨੀਆ ਦੇ ਵਿੱਚ ਫਸਦੇ ਕਦੋਂ ਆ ਆਪਾਂ? ਜਦੋਂ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਅਗਰ ਮੈਨੂੰ ਕੁਛ ਹੋ ਗਿਆ ਤੇ ਮੇਰੇ ਬਾਅਦ ਮੇਰੇ ਬੱਚਿਆਂ ਨੇ ਰੁਲ ਜਾਣਾ,
ਮੇਰੇ ਬੱਚਿਆਂ ਦਾ ਕੱਲ ਨੂੰ ਵਿਆਹ ਹੋਣਾ, ਫਿਰ ਉਹਨਾਂ ਦੇ ਬੱਚਿਆਂ ਨੇ ਵੀ ਰੁੱਲ ਜਾਣਾ, ਫਿਰ ਉਹਨਾਂ ਦੇ ਬੱਚਿਆਂ ਦਾ ਵਿਆਹ ਹੋਣਾ, ਉਹਨਾਂ ਦੇ ਬੱਚਿਆਂ ਨੇ ਵੀ ਰੁੱਲ ਜਾਣਾ। ਇਸ ਕਰਕੇ ਮੈਂ ਕੀ ਕਰਾਂ ਕਿ ਮੈਂ ਆਪਣੇ ਜੀਂਦੇ ਜੀ ਆਪਣੇ ਪੋਤਿਆਂ ਪੜਪੋਤਿਆਂ ਉਹਨਾਂ ਦੇ ਅੱਗੇ ਪੋਤਿਆਂ ਵਾਸਤੇ ਵੀ ਸਾਰਾ ਕੁਝ ਇਕੱਠਾ ਕਰਕੇ ਰੱਖ ਜਾ। ਹੁਣ ਜਦੋਂ ਇਸ ਤਰ੍ਹਾਂ ਦੀ ਜਿਹੜੀ ਆਪਣੀ ਮਾਨਸਿਕਤਾ ਬਣਦੀ ਆ ਤਾਂ ਫਿਰ ਅਸੀਂ ਭੱਜਣਾ ਸ਼ੁਰੂ ਕਰਦੇ ਹਾਂ। ਫਿਰ ਅਸੀਂ ਚੋਰੀਆਂ ਵੀ ਕਰਦੇ ਹਾਂ, ਠੱਗੀਆਂ ਵੀ ਕਰਦੇ ਹਾਂ, ਇੱਕ ਦੂਜੇ ਨੂੰ ਅਸੀਂ ਝੂਨਾ ਵੀ ਲਾਉਂਦੇ ਹਾਂ, ਟੋਪੀਆਂ ਵੀ ਪਹਿਨਾਉਂਦੇ ਹਾਂ, ਹਰ ਇੱਕ ਤਰੀਕੇ ਦਾ ਉਹ ਕੰਮ ਜਿਹੜਾ ਆਪਾਂ ਫਿਰ ਕਰਦੇ ਹਾਂ। ਹੁਣ ਟੋਪੀ ਤੋਂ ਕੋਈ ਸੰਗਤ ਦੇ ਵਿੱਚੋਂ ਕੋਈ ਇਹ ਨਾ ਸੋਚੇ ਕਿ ਮੈਂ ਟੋਪੀ ਵਰਡ ਯੂਜ਼ ਕਰ ਲਿਆ। ਇਹ ਸਿਰਫ ਇੱਕ ਮੁਹਾਵਰੇ ਵਾਂਗੂ ਆ ਕਿ ਕਿਸੇ ਨੂੰ ਟੋਪੀ ਪਹਿਨਾਉਣ ਦਾ ਮਤਲਬ ਉਹਨੂੰ ਬੇਵਕੂਫ ਬਣਾ ਦੇਣਾ। ਅਤੇ ਲੋਕਾਂ ਨੂੰ ਅਸੀਂ ਬੇਵਕੂਫ ਵੀ ਉਦੋਂ ਹੀ ਬਣਾਉਂਦੇ ਹਾਂ ਜਦੋਂ ਅਸੀਂ ਇਸ ਸਾਰੀ ਮਾਇਆ ਦੇ ਵਿੱਚ ਜਕੜੇ ਜਾਂਦੇ ਹਾਂ। ਹੁਣ ਇਹ ਮਾਇਆ ਦਾ ਜੜ ਕਿੱਥੇ ਪਈ ਹੈ? ਇਸ ਮਾਇਆ ਦੀ ਜੜ ਪਈ ਹੈ ਮੋਹ ਦੇ ਵਿੱਚ, ਕਿਉਂਕਿ ਮੈਨੂੰ ਮੇਰੇ ਬੱਚਿਆਂ ਦਾ ਮੋਹ ਹੈ ਅਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਸਾਰਾ ਕੁਛ ਮੈਂ ਆਪਣੇ ਬੱਚਿਆਂ ਲਈ ਇਕੱਠੇ ਕਰ ਲਾਂ। ਹੁਣ ਇਹਦੇ ਨਾਲ ਹੋਊਗਾ ਕੀ? ਇਹਦੇ ਨਾਲ ਹੋਊਗਾ ਇਹ ਕਿ ਮੇਰੇ ਬੱਚੇ ਜਿਨ੍ਹਾਂ ਵਾਸਤੇ ਮੈਂ ਸਾਰਾ ਕੁਝ ਇਕੱਠਾ ਕਰ ਰਹੀ ਹਾਂ, ਜਿਹੜੇ ਬਾਕੀ ਦੇ ਬੱਚੇ ਨੇ ਉਹ ਫਿਰ ਦੂਜੇ ਪਰਾਏ ਲੱਗਣੇ ਸ਼ੁਰੂ ਹੋ ਜਾਣਗੇ। ਔਰ ਜਿੱਥੇ ਇਹ ਗੱਲ ਹੋ ਗਈ ਉੱਥੇ ਫਿਰ ਅਸੀਂ ਨਿਰਵੈਰ ਨਹੀਂ ਰਹਿੰਦੇ, ਜਿਹਦੀ ਆਪਾਂ ਪਹਿਲੇ ਦਿਨ ਤੋਂ ਹੀ ਹੋਕਾ ਦੇ ਰਹੇ ਹਾਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਦੋ ਸਿਧਾਂਤ ਨਿਰਭਉ ਅਤੇ ਨਿਰਵੈਰ ਤੋਂ ਬਿਨਾਂ ਚੱਲਿਆ ਨਹੀਂ ਜਾ ਸਕਦਾ। ਕਿਉਂਕਿ ਫਿਰ ਉੱਥੇ ਅਸੀਂ ਵੈਰ ਤੋਂ ਰਹਿਤ ਨਹੀਂ ਰਹੇ, ਜਿੱਥੇ ਮੈਨੂੰ ਇਹ ਲੱਗਣ ਲੱਗ ਗਿਆ ਕਿ ਆਹ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਸਿਰਫ ਮੇਰੇ ਬੱਚੇ ਡਿਜ਼ਰਵ ਕਰਦੇ ਆ, ਬਾਕੀਆਂ ਦੇ ਬੱਚੇ ਭਾਵੇਂ ਜਿੱਥੇ ਮਰਜ਼ੀ ਮਰਨ, ਉਹਨਾਂ ਨਾਲ ਮੈਨੂੰ ਕੋਈ ਲੈਣ ਦੇਣ ਨਹੀਂ। ਜਦੋਂ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੱਤਾ, ਜਦੋਂ ਵੀ ਸਾਡੀਆਂ ਮਾਈਆਂ ਜਿਹੜੀਆਂ ਰੋਟੀ ਬਣਾਉਂਦੀਆਂ ਨੇ, ਪੁਰਾਣੇ, ਮੈਂ ਆਪਣੇ ਪੰਜਾਬ ਦੀ ਗੱਲ ਕਰ ਰਹੀ ਹਾਂ, ਪੁਰਾਣੇ ਸਮਿਆਂ ਦੀ ਗੱਲ ਕਰ ਰਹੀ ਹਾਂ, ਅਤੇ ਬੱਚੇ ਖੇਡਦੇ ਖੇਡਦੇ, ਔਰ ਇਹ ਸਾਡੇ ਆਪਣੇ ਬਹੁਤੇ ਪੁਰਾਣੇ ਵੀ ਨਹੀਂ ਹੈ, ਸਾਡੇ ਆਪਣੇ ਹੋਣ ਦੀਆਂ ਆਪਣੇ ਹੋਸ਼ ਦੀਆਂ ਗੱਲਾਂ ਨੇ ਕਿ ਬੱਚੇ ਖੇਡਦੇ ਖੇਡਦੇ ਜਿਹੜੇ ਮਰਜ਼ੀ, ਜੇ 7 8 10 ਦੋਸਤ ਖੇਲ ਰਹੇ ਆ ਜਾਂ ਬੱਚੇ ਆਪਸ 'ਚ ਖੇਲ ਰਹੇ ਆ, ਉਹ ਕਿਸੇ ਦੇ ਵੀ ਘਰ ਚਲ ਜਾਂਦੇ ਸੀਗੇ, ਉੱਥੋਂ 8 ਨੂੰ ਹੀ ਰੋਟੀ ਖਾ ਕੇ ਵਾਪਸ ਆਉਂਦੇ ਸੀ। ਉਹ ਸੀਗਾ ਸਾਡਾ ਉਹ ਪਿਆਰ ਸੀ। ਪਰ ਹੁਣ ਜਦੋਂ ਇੱਥੇ ਹੁਣ ਵੇਖੀਦਾ ਤਾਂ ਹੁਣ ਮਾਂ ਨੂੰ ਲੱਗਦਾ ਕਿ ਨਹੀਂ ਮੈਂ ਆਪਣੇ ਬੱਚਿਆਂ ਨੂੰ ਹੀ ਰੋਟੀ ਖਵਾਉਣੀ ਹੈ। ਔਰ ਇਹਦਾ ਇੱਕ ਪ੍ਰੈਕਟੀਕਲ ਐਗਜ਼ਾਮਪਲ ਮੈਂ ਦਿੰਦੀ ਹਾਂ। ਮੇਰੀ ਇੱਕ ਸਟੂਡੈਂਟ ਕਿਸੇ ਹੋਸਟਲ ਦੇ ਵਿੱਚ, ਮਤਲਬ ਕਿਸੇ PG ਦੇ ਵਿੱਚ ਰਹਿਣ ਲੱਗ ਗਈ, ਇਹ ਇੰਡੀਆ ਦੀ ਗੱਲ ਹੈ। ਤਾਂ ਉਹਨੇ ਆ ਕੇ ਅਤੇ ਉਹਨੇ ਕਿਹਾ ਕਿ ਮੈਮ ਮੈਨੂੰ ਨਾ ਜਲਦੀ ਤੋਂ ਜਲਦੀ ਕਿਤੇ ਹੋਰ PG ਸ਼ਿਫਟ ਕਰਨਾ। ਅਤੇ ਮੈਂ ਉਹਨੂੰ ਕਿਹਾ ਵੀ ਇਹ ਤਾਂ PG ਚੰਗਾ, ਸਗੋਂ ਤੇਰੇ ਘਰ ਦੇ ਲਾਗੇ, ਸਕੂਲ ਕਾਲਜ ਦੇ ਲਾਗੇ ਹੈ, ਤਾਂ ਅਸੀਂ ਇਹੀ ਰਹਿੰਦੇ। ਉਹ ਕਹਿੰਦੀ ਨਹੀਂ, ਪਤਾ ਕੀ ਹੁੰਦਾ ਆ, ਜਦੋਂ ਤਾਂ ਉਹਨਾਂ ਦੇ ਆਂਟੀ ਦੇ ਬੇਟੀ ਆਉਂਦੀ ਹੈ ਤਾਂ ਉਹ ਆਪਣੀ ਬੇਟੀ ਵਾਸਤੇ ਹਰ ਤਰ੍ਹਾਂ ਦੇ ਪਕਵਾਨ ਉਹਨੇ ਬਣਾ ਕੇ ਰੱਖੇ ਹੁੰਦੇ ਆ, ਤਾਂ ਉਹ ਸਾਡੇ ਨਾਲੋਂ ਡਿਫਰੈਂਟ, ਮਤਲਬ ਉਹਨੂੰ ਰੋਟੀ ਅਲੱਗ ਤੋਂ ਪਾ ਕੇ ਦਿੰਦੀ ਹੈ। ਔਰ ਉਹ ਬੇਟੀ ਜਿਹੜੀ ਆ ਉਹਦੀ ਜਾਂ ਤਾਂ ਆਪਣੇ ਰੂਮ 'ਚ ਰੋਟੀ ਖਾਂਦੀ ਹੈ ਜਾਂ ਸਾਡੇ ਨਾਲ ਟੇਬਲ 'ਤੇ ਨਹੀਂ ਖਾਂਦੀ, ਪਰ ਸਾਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਨੇ ਸਾਰਾ ਕੁਝ ਬਣਾਇਆ ਹੋਇਆ। ਪਰ ਸਾਨੂੰ ਉਹ ਜਿਹੜੀ ਕਈ ਵਾਰੀ ਕੜੀ ਜਿਹੜੀ ਹੁੰਦੀ ਆ ਉਹਦੇ ਹੀ ਪਰੌਂਠੇ ਬਣਾ ਕੇ ਦੇ ਦਿੰਦੀ ਆ, ਕੜੀ ਗੁੰਨ ਕੇ ਆਟੇ 'ਚ, ਅਤੇ ਉਹਦੇ ਹੀ ਪਰੌਂਠੇ ਬਣਾ ਕੇ ਦੇ ਦਿੰਦੀ ਆ ਸਵੇਰੇ। ਤਾਂ ਇਸ ਕਰਕੇ ਨਾ ਇਹ ਵਿਤਕਰਾ ਜਿਹਾ ਲੱਗਦਾ ਅਤੇ ਮੈਨੂੰ ਇਹ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਰੋਟੀ ਖਾਣ ਵਾਲੇ ਹੀ ਲੋਕ ਹਾਂ। ਸਿਰਫ ਇਹ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਅਤੇ ਅਸੀਂ ਇੰਨੀ ਦੂਰ ਰੋਜ਼ ਅਪ ਡਾਊਨ ਨਹੀਂ ਕਰ ਸਕਦੇ, ਇਸ ਕਰਕੇ ਅਸੀਂ PG ਲਏ ਹੋਏ ਆ। ਸੋ ਇਹ ਜਿਹੜੀ ਗੱਲ ਹੈ ਇਹ ਕਦੋਂ ਆਉਂਦੀ ਹੈ? ਇਹ ਉਦੋਂ ਆਉਂਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਮਾਇਆ ਦੇ ਵਿੱਚ ਗ੍ਰਸਤ ਕਰ ਲੈਂਦੇ ਹਾਂ, ਜਦੋਂ ਸਾਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ ਕਿ ਸਭ ਕੁਝ ਮੇਰੇ ਵਾਸਤੇ ਅਤੇ ਮੇਰੇ ਬੱਚਿਆਂ ਵਾਸਤੇ ਹੀ ਹੋਣਾ ਚਾਹੀਦਾ, ਹੋਰ ਕਿਸੇ ਵਾਸਤੇ ਨਹੀਂ ਹੋਣਾ ਚਾਹੀਦਾ। ਉਦੋਂ ਤਾਂ ਇਹ ਗੁਰਸਿੱਖ ਦਾ ਤਾਂ ਹੈ ਹੀ ਨਹੀਂ। ਹੁਣ ਉਹ ਜਿਹੜੇ ਬੀਬੀ ਜੀ ਨੇ ਜਿਹੜੇ ਇਹ ਕੰਮ ਕਰ ਰਹੇ ਨੇ, ਮੈਂ ਬਿਲਕੁਲ ਵੀ ਇਸ ਗੱਲ ਵੱਲ ਨਹੀਂ ਜਾਊਂਗੀ ਕਿ ਉਹ ਕਿਸ ਕਾਸਟ ਦੇ ਜਾਂ ਉਹ ਕਿਸ ਧਰਮ ਨੂੰ ਬਿਲੋਂਗ ਕਰਦੇ ਸੀ, ਬਿਲਕੁਲ ਨਹੀਂ ਜਾਊਂਗੀ। ਪਰ ਅਗਰ ਉਹ ਕਿਸੇ ਮੰਦਿਰ ਦੇ ਵਿੱਚ ਜਾਂ ਕਿਸੇ ਗੁਰਦੁਆਰੇ ਵਿੱਚ ਜਾਂ ਕਿਸੇ ਮਸਜਿਦ ਦੇ ਵਿੱਚ ਜਾਂ ਕਿਸੇ ਚਰਚ ਵਿੱਚ ਜਾ ਕੇ ਸੇਵਾ ਕਰਨ, ਤਾਂ ਕਿਆ ਉਹਨਾਂ ਦੀ ਸੇਵਾ ਫੁੱਲਤ ਹੋਊਗੀ, ਪ੍ਰਵਾਨ ਹੋਊਗੀ? ਬਿਲਕੁਲ ਨਹੀਂ ਹੋਊਗੀ, ਕਿਉਂਕਿ ਜਿਹੜੀ ਸੇਵਾ ਉਹਨਾਂ ਦੇ ਅੰਦਰ ਨਹੀਂ ਪਈ ਉਹ ਕਿਸੇ ਤੇ ਧਾਰਮਿਕ ਸਥਾਨ 'ਤੇ ਜਾ ਕੇ ਵੀ ਨਹੀਂ ਆਉਣੀ। ਸੋ ਇਹ ਜਿਹੜੀ ਭਾਈ ਗੁਰਦਾਸ ਜੀ ਜਿਹੜੀ ਇੱਕ ਗੱਲ ਦੱਸਦੇ ਨੇ ਕਿ ਉਹ ਗੁਰਸਿੱਖ ਜਿਹੜੇ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਦਾਸੀ ਕਰ ਸਕਦੇ ਨੇ, ਉਹਨਾਂ ਗੁਰਸਿੱਖਾਂ ਦੇ ਮੈਂ ਸਦਕੇ ਹਾਂ। ਅਗਲੀ ਗੱਲ ਉਹ ਕਹਿੰਦੇ ਨੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿਤ ਲਾਇਆ, ਜਿਨ੍ਹਾਂ ਨੇ ਆਪਣਾ ਚਿੱਤ ਆਪਣਾ ਦਿਲ ਗੁਰਚਰਨੀ ਗੁਰਮਤਿ ਦੇ ਗੁਰਚਰਨੀ ਲਾਇਆ। ਗੁਰਮਤਿ ਔਰ ਮਨਮਤ ਨਹੀਂ। ਇਹ ਨਹੀਂ ਕਿ ਮੇਰੀ ਮਰਜ਼ੀ ਹੈ ਕਿ ਮੈਂ ਇਹ ਇੰਨੀ ਕੁ ਚੀਜ਼ ਨੂੰ ਮੈਂ ਮੰਨਣਾ ਗੁਰੂ ਨਾਨਕ ਦੀ ਨੂੰ ਅਤੇ ਇੰਨੀ ਕੁ ਨੂੰ ਮੈਂ ਨਹੀਂ ਮੰਨਣਾ, ਉਹ ਮਨਮਤ ਹੋ ਗਈ। ਜੇ ਮੈਂ ਇਹ ਕਹਾਂ ਕਿ ਨਹੀਂ ਜੀ ਅਸੀਂ ਵੇਖੋ ਗੁਰਦੁਆਰੇ ਵੀ ਜਾਂਦੇ ਹਾਂ
ਤੇ ਪਰ ਹੁਣ ਸਾਨੂੰ ਪੰਡਤ ਜੀ ਨੇ ਕਿਹਾ ਸੀਗਾ ਕਿ ਧਾਗੇ ਬੰਨ੍ਹ ਲਓ ਤੇ ਅਸੀਂ ਉਹ ਵੀ ਬੰਨੇ ਹੋਏ ਆ। ਇੰਜ ਨਹੀਂ ਹੁੰਦਾ। ਜਾਂ ਤਾਂ ਆਪਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਕਲੀਅਰ ਲੀਕ ਖਿੱਚੀ ਹੋਈ ਹੈ, ਜਾਂ ਤਾਂ ਆਪਾਂ ਲੀਕ ਦੇ ਉਸ ਬੰਨੇ ਹੋ ਸਕਦੇ ਹਾਂ ਜਾਂ ਇਸ ਬੰਨੇ ਹੋ ਸਕਦੇ ਹਾਂ, ਅੱਧ ਵਿਚਾਲੇ ਨਹੀਂ ਹੋ ਸਕਦੇ। ਜਾਂ ਤਾਂ ਮੈਂ ਇਹ ਕਹਿ ਸਕਦੀ ਹਾਂ ਕਿ ਮੈਂ ਗੁਰੂ ਨਾਨਕ ਦੀ ਸਿੱਖ ਹਾਂ, ਤੇ ਜਾਂ ਮੈਂ ਇਹ ਕਹਿ ਸਕਦੀ ਹਾਂ ਕਿ ਮੈਂ ਦਿਨਾਂ ਵਾਰਾਂ ਨੂੰ ਵੀ ਮੰਨਦੀ ਹਾਂ। ਜੇ ਮੈਂ ਮੰਗਲਵਾਰ ਸਿਰ ਨਹੀਂ ਧੋਣਾ ਤੇ ਮੈਂ ਸ਼ਨੀਵਾਰ ਇਹ ਨਹੀਂ ਕਰਨਾ, ਜੇ ਜਾਂ ਤਾਂ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੰਨ ਸਕਦੀ ਹਾਂ, ਤੇ ਜਾਂ ਫਿਰ ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਨਾਨਕ ਦੀ ਸਿੱਖ ਹੋ ਸਕਦੀ ਹਾਂ। ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਜਾ ਸਕਦੀਆਂ। ਇਹ ਨਹੀਂ ਹੋ ਸਕਦਾ ਕਿ ਦੋਵੇਂ ਚੀਜ਼ਾਂ ਆਪਾਂ ਇਕੱਠੀਆਂ ਤੋਰ ਲਈਏ, ਇੰਜ ਨਹੀਂ ਹੋਣਾ। ਸੋ ਗੁਰਮਤ ਦੇ ਜਿਹੜੇ ਗੁਰਚਰਨੀ ਸਾਨੂੰ ਆਪਣਾ ਜਿਹੜੇ ਗੁਰਸਿੱਖਾਂ ਨੇ ਆਪਣਾ ਚਿੱਤ ਗੁਰਮਤ ਦੇ ਗੁਰਚਰਨੀ ਲਾਇਆ ਹੋਇਆ ਹੈ, ਗੁਰਮਤ ਦੇ ਨਾਲ ਗੁਰਚਰਨੀ ਲਾਇਆ ਹੋਇਆ ਆਪਣਾ ਚਿੱਤ, ਉਹਨਾਂ ਗੁਰਸਿੱਖਾਂ ਦੀ ਜਿਹੜੀ ਸੇਵਾ ਹੈ ਉਹ ਨਿਸ਼ਕਾਮ ਅਵਸਥਾ ਉਹਨਾਂ ਦੀ ਜਿਹੜੀ ਆ ਉਹ ਬਣਦੀ ਹੈ। ਅਗਲੀ ਗੱਲ ਉਹ ਕਹਿੰਦੇ ਨੇ, ਹਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਜਿਹੜੇ ਗੁਰਸਿੱਖ ਇੱਕ ਦੂਸਰੇ ਨੂੰ ਵੀ ਗੁਰੂ ਦੀ ਸਿੱਖਿਆ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਨੇ। ਜੋ ਗੱਲ ਮੈਂ ਬਾਰ-ਬਾਰ ਆਪ ਸਭ ਦੀਆਂ ਚਰਨਾਂ 'ਚ ਬੇਨਤੀ ਕਰਦੀ ਹਾਂ, ਮੈਨੂੰ ਮੇਰੀਆਂ ਗਲਤੀਆਂ ਦੱਸਿਆ ਕਰੋ, ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਮੈਂ ਠੀਕ ਬੋਲਿਆ ਉਦੋਂ ਵੀ ਜ਼ਰੂਰ ਲਿਖਿਆ ਕਰੋ। ਇਹ ਸਿਰਫ ਮੇਰੇ ਵਾਸਤੇ ਨਹੀਂ, ਆਪਾਂ ਜਦੋਂ ਇਕੱਠੇ ਵੀ ਮਿਲਦੇ ਹਾਂ, ਸੰਗਤ ਦਾ ਮਤਲਬ ਹੀ ਇਹ ਸੀ, ਸੰਗਤ ਦਾ ਕਨਸੈਪਟ ਹੀ ਇਹ ਸੀ ਕਿ ਜਿਹੜੇ ਗੁਰਸਿੱਖ ਜਿਨ੍ਹਾਂ ਨੂੰ ਇਹ ਲੱਗਦਾ ਕਿ ਮੈਨੂੰ ਨੌਲੇਜ ਹੈਗੀ ਆ ਜਾਂ ਮੈਨੂੰ ਗੁਰੂ ਦੀ ਮੇਰੇ 'ਤੇ ਮਿਹਰ ਹੈਗੀ ਆ, ਤਾਂ ਉਹ ਦੂਸਰੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਦੱਸਣ ਉਹ। ਔਰ ਗੁਰੂ ਦੀ ਸਿੱਖਿਆ ਦਾ ਮਤਲਬ ਸਿਰਫ ਇੰਨਾ ਕੁ ਨਹੀਂ ਕਿ ਗੁਰਸਿੱਖ ਆਪਸ ਦੇ ਵਿੱਚ ਹੀ ਕਰੀ ਜਾਣ, ਉਹਨਾਂ ਨੇ ਬਾਕੀਆਂ ਨੂੰ ਵੀ ਦੇਣੀ ਹੈ, ਬਾਕੀਆਂ ਨੂੰ ਵੀ ਦੱਸਣੀ ਹੈ। ਹਰਿਮੰਦਰ ਸਾਹਿਬ ਸਾਡੇ ਲਈ ਬਹੁਤ ਸੁਪਰੀਮ ਔਰ ਬੜੇ ਪਵਿੱਤਰ ਹੈ। ਉੱਥੇ ਇੰਨਾ ਜ਼ਿਆਦਾ ਸਕੋਪ ਹੈਗਾ, ਪਰ ਪਤਾ ਨਹੀਂ ਕਿਉਂ ਸਾਡੀਆਂ ਜਿਹੜੀਆਂ ਧਰਮ ਪ੍ਰਚਾਰ ਕਮੇਟੀਆਂ ਸੁੱਤੀਆਂ ਪਈਆਂ ਨੇ। ਹਰਿਮੰਦਰ ਸਾਹਿਬ ਦੇ ਵਿੱਚ ਰੋਜ਼ਾਨਾ ਜਿਹੜੇ ਲੋਕ ਨੇ ਉਹ ਪਤਾ ਨਹੀਂ ਕਿੰਨੇ ਕੁ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ। ਜਿੰਨੇ ਵੀ ਲੋਕ ਉੱਥੇ ਮੱਥਾ ਟੇਕਣ ਆਉਂਦੇ ਨੇ, ਕਿਆ ਸਾਡੀ ਧਰਮ ਪ੍ਰਚਾਰ ਕਮੇਟੀ ਉੱਥੇ ਇੱਕ ਬੁਕਲੈਟ ਨਹੀਂ ਅਫੋਰਡ ਕਰ ਸਕਦੀ? ਇੱਕ ਬੁਕਲੈਟ ਘੱਟੋ ਘੱਟ ਜਿਹੜੀ ਹੈਗੀ ਆ, ਛੋਟੀਆਂ ਭਾਵੇਂ ਬੁਕਲੈਟਸ ਬਣਾ ਦੇਣ ਕਿ ਸਿੱਖੀ ਕੀ ਹੈ, ਸਿੱਖ ਕੌਣ ਹਨ, ਸਿੱਖਾਂ ਦਾ ਇਤਿਹਾਸ ਕੀ ਹੈ। ਬਹੁਤ ਸਾਰੇ ਲੋਕ ਗੁਜਰਾਤ ਤੋਂ, ਯੂਪੀ ਤੋਂ ਉੱਥੇ ਲੰਗਰ ਛਕਣ ਵੀ ਆਉਂਦੇ ਨੇ, ਉੱਥੇ ਦਰਸ਼ਨਾਂ ਨੂੰ ਵੀ ਆਉਂਦੇ ਨੇ, ਕੁਛ ਲੋਕ ਸਿਰਫ ਘੁੰਮਣ ਵੀ ਆਉਂਦੇ ਨੇ। ਪਰ ਜੇਕਰ ਅਸੀਂ ਆਪਣੀ ਜਿਹੜੀ ਗੱਲ ਹੈ ਉਹ ਅੱਗੇ ਪਹੁੰਚਾਉਣ ਦੇ ਲਈ ਉੱਥੇ ਬੁਕਲੈਟਸ ਰੱਖ ਲਈਏ ਤੇ ਉਹਨਾਂ ਨੂੰ ਫ੍ਰੀ ਲਿਟਰੇਚਰ ਵੰਡਣਾ ਸ਼ੁਰੂ ਕਰੀਏ ਤਾਂ ਕੀ ਮਾੜੀ ਗੱਲ ਹੈ? ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਏਡੀ ਵੱਡੀ ਗੱਲ ਹੈ ਕਿ ਧਰਮ ਪ੍ਰਚਾਰ ਕਮੇਟੀ ਇਹ ਕਰ ਨਹੀਂ ਸਕਦੀ, ਪਰ ਪਤਾ ਨਹੀਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ। ਤੇ ਫਿਰ ਇਹ ਜਿਹੜੀ ਭਾਈ ਗੁਰਦਾਸ ਜੀ ਤਾਂ ਗੱਲ ਕਰ ਰਹੇ ਨੇ ਗੁਰਸਿੱਖ ਦੀ, ਦੂਜੇ ਗੁਰੂ ਦੇ ਸਿੱਖ ਨੂੰ ਸਿੱਖਿਆ ਦੇਣ ਦੀ ਗੱਲ, ਪਰ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਕਰਨਾ ਹੈ ਇਹ ਵੀ ਆਪਾਂ ਅੱਗੇ ਗੱਲ ਕਰਾਂਗੇ। ਜਦੋਂ ਮੰਜੀਆਂ ਦੀ ਗੱਲ ਕਰਾਂਗੇ ਉਹਦੇ ਬਾਰੇ ਵੀ ਗੱਲ ਕਰਾਂਗੇ, ਤਾਂ ਉਹ ਫਿਰ ਸਭ ਦੀ ਜਿਹੜੀ ਹੈ ਉਹ ਇੱਕ ਦਾਰਮੋਦਾਰ ਬਣ ਜਾਂਦਾ। ਉਹ ਹਰ ਕਿਸੇ ਦੇ ਉੱਤੇ ਇਹ ਇੱਕ ਰੂਲ ਲਾਗੂ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਕੁਝ ਪੁੱਛੇ ਕਿ ਸਿੱਖ ਕੌਣ ਨੇ ਬਈ, ਤੁਹਾਨੂੰ ਕੋਈ ਕਹੇ ਤਾਂ ਤੁਹਾਡੇ ਕੋਲ ਜਵਾਬ ਹੋਣੇ ਚਾਹੀਦੇ ਆ। ਪਰ ਪਿੱਛੇ ਜੇ ਇੱਕ ਵੀਡੀਓ ਆਈ ਜਿਹਦੇ ਵਿੱਚ ਮੈਂ ਉਹਨਾਂ ਨੂੰ ਬਿਲਕੁਲ ਵੀ ਗਲਤ ਨਹੀਂ ਕਹਿੰਦੀ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਹੈ ਨਾ ਉਹਨਾਂ ਨੇ ਅੰਮ੍ਰਿਤ ਛਕੇ ਹੋਏ ਸੀਗੇ, ਬਟ ਉਹਨਾਂ ਨੂੰ 4 ਸਾਹਿਬਜ਼ਾਦਿਆਂ ਦੇ ਨਾਮ ਨਹੀਂ ਸੀ ਪਤਾ। ਹੁਣ ਕੁਛ ਲੋਕ ਤਾਂ ਵਾਕਈ ਕਿਉਂਕਿ ਬੜੀਆਂ ਪਵਿੱਤਰ ਜਿਹੀਆਂ ਰੂਹਾਂ ਵੀ ਹੁੰਦੀਆਂ ਨੇ, ਕਈ ਲੋਕ, ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਕੈਮਰੇ ਦੇ ਅੱਗੇ ਬੋਲ ਹੀ ਸਕਦਾ ਹੋਏ, ਜ਼ਰੂਰੀ ਨਹੀਂ ਹੁੰਦਾ ਹਰ ਬੰਦਾ ਬੋਲ ਕੇ ਦੱਸ ਸਕਦਾ ਹੋਏ। ਸੋ ਹੋ ਸਕਦਾ ਉਹਨਾਂ ਦੇ ਵਿੱਚੋਂ ਕੁਝ ਕਨਫਿਊਜ਼ ਵੀ ਹੋ ਗਏ ਹੋਣ, ਬਟ ਜਿਹੜੀ ਇੱਕ ਸੱਚਾਈ ਹੈ ਕਿ ਸਾਡੇ ਧਰਮ ਦਾ ਪ੍ਰਚਾਰ ਉਸ ਤਰੀਕੇ ਨਾਲ ਹੋਇਆ ਹੀ ਨਹੀਂ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀਗਾ। ਜਿੰਨਾ ਪਾਕ ਪਵਿੱਤਰ ਇਹ ਧਰਮ ਹੈ, ਜਿੰਨਾ ਨਿਊਨੈਸ, ਜਿੰਨੀ ਮਾਡਰਨਿਟੀ ਇਸ ਧਰਮ ਦੇ ਵਿੱਚ ਹੈ, ਜੇਕਰ ਕਿਤੇ ਆਪਾਂ ਇਸ ਨੂੰ ਇਸ ਤਰੀਕੇ ਨਾਲ ਵਧਾਇਆ ਫੈਲਾਇਆ ਹੁੰਦਾ ਨਾ, ਆਪਾਂ ਮਾਈਨੋਰਿਟੀ ਨਹੀਂ ਸੀ ਹੋਣਾ। ਹੁਣ ਮੈਂ ਫਿਰ ਤੋਂ ਜਿਨ੍ਹਾਂ ਨੇ ਸੇਵਾ ਕੀਤੀ ਮੇਰੀ, ਉਹਨਾਂ ਦੀ ਬਿਲਕੁਲ ਮੈਂ ਉਹਨਾਂ ਦੇ ਅੱਗੇ ਬਿਲਕੁਲ ਝੁਕਦਾ, ਮੇਰਾ ਸਿਰ ਝੁਕਦਾ। ਜਿਨ੍ਹਾਂ ਨੇ ਸੇਵਾ ਕੀਤੀ, ਭਾਈ ਮਸਕੀਨ ਜੀ ਹੋਣੀ ਨੇ, ਗਿਆਨੀ ਦਿੱਤ ਸਿੰਘ ਹੋਣੀ ਨੇ, ਉਹਨਾਂ ਦੀ ਸੇਵਾ ਨੂੰ ਮੈਂ ਕਿਤੇ ਵੀ ਛੋਟਾ ਕਰਕੇ ਨਹੀਂ ਜਾਣ ਰਹੀ। ਮੇਰੀ ਕਹਿਣ ਦੀ ਮੁਰਾਦ ਜਿਹੜੀ ਹੈ ਉਹ ਉਹਨਾਂ ਇੰਸਟੀਟਿਊਟਸ ਤੋਂ ਹੈ ਜਿਹੜੇ ਸਿੱਖਾਂ ਦੇ ਦਸਵੰਧ ਦੇ ਨਾਲ ਖੜੀਆਂ ਹੋਈਆਂ, ਔਰ ਉਸ ਤੋਂ ਬਾਅਦ ਉਹਨਾਂ ਨੇ ਧਰਮ ਪ੍ਰਚਾਰ ਕਰਨਾ ਹੀ ਬੰਦ ਕਰ ਦਿੱਤਾ। ਸਾਡੀਆਂ ਜਿਹੜੀਆਂ ਕਿਤਾਬਾਂ ਛਪਿਆ ਕਰਦੀਆਂ ਸੀ ਔਰ ਜਿਹੜੀਆਂ ਹੁਣ ਵੀ ਛਪਣੀਆਂ ਜ਼ਰੂਰੀ ਨੇ, ਉਹ ਕਿਤਾਬਾਂ ਹੀ ਡਿਸਕੰਟੀਨਿਊ ਕਰਕੇ ਰੱਖ ਦਿੱਤੀਆਂ। ਉਹ ਹੁਣ ਕਿਤਾਬਾਂ ਛਪਦੀਆਂ ਹੀ ਨਹੀਂ। ਕਈ ਜੋ ਸਾਡਾ ਇਤਿਹਾਸ ਜਿਨ੍ਹਾਂ ਦੇ ਵਿੱਚ ਹੈ, ਤੁਸੀਂ ਸਿੰਘ ਬ੍ਰਦਰਜ਼ ਵਾਲਿਆਂ ਕੋਈ ਪੁੱਛ ਲਿਓ
ਕਿ ਆਹ ਵਾਲੀ ਕਿਤਾਬ ਸਾਨੂੰ ਦੇ ਦਿਓ, ਮੈਂ ਤੁਹਾਨੂੰ ਨਾਮ ਦੱਸ ਦੂੰਗੀ ਕੁਝ ਕਿਤਾਬਾਂ ਦੇ। ਉਹ ਕਹਿੰਦੇ ਹੁਣ ਇਹ ਛਪਦੀ ਹੀ ਨਹੀਂ ਜੀ, ਇਹਨੂੰ ਬੰਦ ਹੋਈ ਨੂੰ ਤਾਂ 30 ਸਾਲ ਹੋ ਗਏ, 40 ਸਾਲ ਹੋ ਗਏ। ਤਾਂ ਉਹ ਕਿਹਨਾਂ ਨੇ ਛਪਵਾਉਣੀਆਂ ਸੀ? ਉਹ ਸਾਡੀ ਧਰਮ ਪ੍ਰਚਾਰ ਕਮੇਟੀਆਂ ਨੇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹਨਾਂ ਨੇ ਛਪਵਾਉਣੀਆਂ ਸੀਗੀਆਂ। ਖੈਰ, ਮੇਰੇ ਕੋਲ ਸਮਾਂ ਜਿਹੜਾ ਹੈ ਉਹ ਅੱਜ ਦਾ ਤਾਂ ਹੋ ਗਿਆ, ਪਰ ਅਖੀਰਲੀ ਜਿਹੜੀ ਗੱਲ ਹੈ ਉਹ ਮੈਂ ਗੱਲ ਕਰਕੇ ਆਪਣੀ ਗੱਲ ਨੂੰ ਅੱਜ ਇੱਥੇ ਹੀ ਵਿਰਾਮ ਦਊਂਗੀ। ਅਗਲੀ ਵਾਰੀ ਆਪਾਂ ਫਿਰ ਇੱਥੋਂ ਹੀ ਸ਼ੁਰੂ ਕਰਾਂਗੇ, ਕਿਉਂਕਿ ਜਿਹੜੀ ਨਿਸ਼ਕਾਮ ਦੀ ਗੱਲ ਹੈ ਇਹ ਬਹੁਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਲੰਬੀ ਚੌੜੀ ਗੱਲ ਹੈ। ਇਹ 2 ਲਾਈਨਾਂ ਦੇ ਵਿੱਚ ਜਾਂ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਪੂਰੀ ਨਹੀਂ ਸੀ ਹੋ ਸਕਦੀ। ਹਉ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਆਸਾ ਵਿੱਚ ਨਿਰਾਸ ਵਲਾਇਆ, ਸਤਿਗੁਰ ਦਾ ਉਪਦੇਸ਼ ਦੜਾਇਆ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਫਿਲਾਸਫੀ ਹੈ। ਕਿੱਦਾਂ ਉਹਨਾਂ ਗੁਰਸਿੱਖਾਂ ਦਾ ਹੀ ਗੱਲ ਉਹਨਾਂ ਨੇ ਕੀਤੀ ਹੈ ਕਿ ਉਹੀ ਨਿਸ਼ਕਾਮ ਨੇ ਜਿਹੜੇ ਬਾਹਰ ਜਾਂਦੇ ਮਨ ਨੂੰ ਵਰਜ ਕੇ ਵਾਪਸ ਲੈ ਕੇ ਆ ਸਕਦੇ ਨੇ। ਕਿਉਂਕਿ ਜਦੋਂ ਬਾਹਰ ਆਸ-ਪਾਸ ਅਸੀਂ ਹਰ ਤਰ੍ਹਾਂ ਦੀ ਦੇਖਦੇ ਹਾਂ ਨਾ ਚਕਾ ਚੌਂਦ, ਤਾਂ ਮਨ ਭੁੜਕ ਕੇ ਬਾਹਰ ਜਾਂਦਾ ਹੈ। ਮਨ ਜਾਂਦਾ ਹੈ ਕਿ ਮੈਂ ਆਹ ਵੀ ਕਰ ਲਿਆ, ਆਹ ਵੀ ਕਰ ਲਾਂ, ਮੇਰੇ ਤੋਂ ਵਧੀਆ ਤਾਂ ਉਹ ਲੋਕ ਬੈਠੇ ਨੇ ਜਿਹੜੇ ਗੁਰੂ ਨੂੰ ਮੰਨਦੇ ਹੀ ਨਹੀਂ, ਤੇ ਆਪਾਂ ਵੀ ਉਸ ਤਰੀਕੇ ਨਾਲ ਕਰ ਲਈਏ, ਬੜਾ ਕੁਛ ਮਨ। ਪਰ ਉਹ ਗੁਰਸਿੱਖ ਜਿਹੜੇ ਆਪਣੇ ਮਨ ਨੂੰ ਵਾਪਸ ਖਿੱਚ ਕੇ ਗੁਰੂ ਦੇ ਘਰ ਵੱਲ ਲੈ ਆਉਂਦੇ ਨੇ, ਉਹਨਾਂ ਦੇ ਉਹ ਸਦਕੇ ਜਾਂਦੇ ਨੇ। ਸੋ ਨਿਸ਼ਕਾਮ ਜਿਹੜੀ ਅਵਸਥਾ ਹੈ ਉਹਦੀ ਗੱਲ ਜਦੋਂ ਸਾਡੇ ਸਮਝ ਆ ਜਾਊਗੀ, ਉਸ ਤੋਂ ਅਗਲੀ ਗੱਲ ਫਿਰ ਆਪਾਂ ਸੇਵਾ ਦੀ ਸਮਝ ਸਕਦੇ ਹਾਂ। ਕਿਉਂਕਿ ਸੇਵਾ ਸਿਰਫ ਸੇਵਾ ਕਰਨ ਦੇ ਨਾਲ ਮਤਲਬ ਨਹੀਂ ਹੈ, ਸਾਨੂੰ ਨਿਸ਼ਕਾਮ ਹੋ ਕੇ ਸੇਵਾ ਕਿੱਦਾਂ ਕਰਨੀ ਹੈ ਉਹਦੇ ਨਾਲ ਮਤਲਬ ਹੈ। ਸਿੱਖੀ ਦੇ ਵਿੱਚ ਨਿਸ਼ਕਾਮ ਸੇਵਾ ਦੀ ਗੱਲ ਹੁੰਦੀ ਹੈ, ਇਕੱਲੀ ਸੇਵਾ ਦੀ ਗੱਲ ਨਹੀਂ ਹੁੰਦੀ। ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕਿ ਜਿਹੜੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ, ਕਿਉਂਕਿ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਅਗਲਾ ਜਿਹੜਾ ਐਪੀਸੋਡ ਹੈ ਉਹ ਮੈਨੂੰ ਲੱਗਦਾ ਕਿ ਨਿਸ਼ਕਾਮ ਸੇਵਾ ਦੇ ਉੱਤੇ ਹੀ ਥੋੜ੍ਹਾ ਜਿਹਾ ਹੋਰ ਡਿਸਕਸ ਕਰਨਾ ਪਊਗਾ। ਅਗਲੇ ਐਪੀਸੋਡ ਦੇ ਵਿੱਚ ਨਿਸ਼ਕਾਮ ਸੇਵਾ, ਨਿਸ਼ਕਾਮ ਅਵਸਥਾ, ਸਿੱਖੀ ਦੇ ਵਿੱਚ ਨਿਸ਼ਕਾਮ ਦਾ ਅਰਥ ਕੀ ਹੈ, ਉਹਦੇ ਉੱਤੇ ਹੀ ਆਪਾਂ ਹੋਰ ਡਿਸਕਸ ਕਰਾਂਗੇ। ਕਿਉਂਕਿ ਭਾਈ ਗੁਰਦਾਸ ਨੇ ਹੀ ਅੱਗੇ ਇੱਕ ਜਗ੍ਹਾ 'ਤੇ ਇਹ ਵੀ ਲਿਖਿਆ ਕਿ ਸਿੱਖੀ ਨਿਸ਼ਕਾਮ ਹੈ, ਤਾਂ ਉਹ ਕਿੱਦਾਂ ਸਿੱਖੀ ਨਿਸ਼ਕਾਮ ਹੈ, ਉਹਦੇ ਬਾਰੇ ਵੀ ਆਪਾਂ ਨੂੰ ਗੱਲ ਕਰਨੀ ਪਊਗੀ। ਫਿਰ ਆਪਾਂ ਸੇਵਾ ਤੱਕ ਪਹੁੰਚ ਸਕਦੇ ਹਾਂ। ਤਾਂ ਅਗਲੇ ਐਪੀਸੋਡ ਦੇ ਵਿੱਚ ਆਪਾਂ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ। ਓਨੇ ਸਮੇਂ ਦੇ ਲਈ ਮੈਨੂੰ ਦਿਓ ਇਜਾਜ਼ਤ। ਮੇਰੀਆਂ ਭੁੱਲਾਂ ਚੁੱਕਾਂ ਦੀ ਖਿਮਾ। ਮੈਂ ਕੋਈ ਵੀ ਗਲਤੀ ਕਰਦੀ ਹਾਂ ਤਾਂ ਆਪਣੀ ਬੱਚੀ, ਆਪਣੀ ਭੈਣ ਜਾਂ ਆਪਣੇ ਤੋਂ ਵੱਡੀ ਛੋਟੀ ਜਿੱਦਾਂ ਵੀ ਸਮਝ ਕੇ ਮੈਨੂੰ ਤੁਸੀਂ ਮਾਫ਼ ਕਰ ਦਿਆ ਕਰੋ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ। ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।